ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਇਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 141 ਦੇ ਉੱਪਰ ਅੰਕਿਤ ਮਾਝ ਰਾਗ ਦੀ ਵਾਰ ਹੈ। 8ਵੀਂ ਪੌੜੀ ਦੇ ਨਾਲ ਦੋ ਸ਼ਲੋਕ ਨੇ। ਪਹਿਲਾ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਦਾ, ਦੂਸਰਾ ਚੌਥੇ ਪਾਤਸ਼ਾਹ ਦਾ। ਇੱਕ ਗੱਲ ਸਮਝ ਲੈਣੀ, ਗੁਰੂ ਸਾਹਿਬ ਜਦੋਂ ਕਿਸੇ ਮੁਸਲਮਾਨ ਵੀਰ ਨੂੰ ਮਿਲਦੇ ਸੀ ਤਾਂ ਉਹਦੇ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਉਪਦੇਸ਼ ਦਿੰਦੇ ਸੀ। ਕਿਸੇ ਹਿੰਦੂ ਵੀਰ ਨੂੰ ਸਾਹਮਣੇ ਰੱਖਦੇ ਸੀ, ਹਿੰਦੂ ਵੀਰ ਨਾਲ ਗੱਲ ਕਰਦੇ ਸੀ ਤਾਂ ਉਸਦੇ ਸਾਰੇ ਕਲਚਰ ਨੂੰ ਸਾਹਮਣੇ ਰੱਖ ਕੇ ਗੱਲ ਕਰਦੇ ਸਨ। ਪਰ ਜਿਹੜਾ ਉਪਦੇਸ਼ ਹੁੰਦਾ ਸੀ, ਕਿਉਂਕਿ ਗੁਰੂ ਪਾਤਸ਼ਾਹ ਦਾ ਉਪਦੇਸ਼ ਅੰਦਰਲੇ ਸੋਚ ਤੇ ਸੁਭਾਅ ਨੂੰ ਸੰਵਾਰਨਾ, ਸ਼ਿੰਗਾਰਨਾ ਤੇ ਰੱਬੀ ਨਿਯਮਾਂ ਅਨੁਸਾਰ ਬਣਾਉਣਾ, ਰੱਬੀ ਉਪਦੇਸ਼ ਅਨੁਸਾਰ ਇਸ ਨੂੰ ਘੜਨਾ ਸਿਖਾਉਂਦੇ ਸੀ। ਇਸ ਲਈ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਇੱਕ ਪੰਕਤੀ ਹੈ ਸੋਰਠ ਰਾਗ ਦੀ ਵਾਰ ਦੇ ਅੰਦਰ, ਉਸ ਨੂੰ ਹਮੇਸ਼ਾ ਸਾਹਮਣੇ ਰੱਖ ਕੇ ਗੁਰਬਾਣੀ ਤੋਂ ਸਿੱਖਣਾ ਹੈ। ਉਸ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੋਂ। ਭਾਵੇਂ ਉਹ ਗੱਲ ਕਰ ਰਹੇ ਨੇ ਗੁਰੂ ਪਾਤਸ਼ਾਹ ਕਿਸੇ ਪੰਡਿਤ ਨਾਲ, ਚਾਹੇ ਕਰਦੇ ਨੇ ਕਿਸੇ ਜੋਗੀ ਨਾਲ, ਚਾਹੇ ਕਿਸੇ ਮੁਸਲਮਾਨ ਵੀਰ ਨਾਲ, ਚਾਹੇ ਕਿਸੇ ਹਿੰਦੂ ਵੀਰ ਨਾਲ, ਪਰ ਜਿਹੜਾ ਉਪਦੇਸ਼ ਹੁੰਦਾ ਹੈ ਨਾ, ਉਹ ਸਮੁੱਚੀ ਮਨੁੱਖਤਾ ਲਈ ਹੁੰਦਾ। ਇਸ ਲਈ ਅਸੀਂ ਆਪਣੇ ਤੇ ਵੀ ਲਾਗੂ ਕਰਨਾ। ਆਓ ਸਿੱਖਣ ਦਾ ਯਤਨ ਕਰੀਏ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸ਼ਲੋਕ ਹੈ। ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਸਤਿਗੁਰੂ ਕਹਿੰਦੇ, ਪਿਆਰੇ ਵੀਰਾ, ਇੱਦਾਂ ਤੇ ਮੁਸਲਮਾਨ ਕਹਾਉਣਾ ਬਹੁਤ ਔਖਾ ਹੈ। ਆਪਾਂ ਇਸ ਵਿੱਚੋਂ ਸਿੱਖਿਆ ਲੈਣ ਵਾਸਤੇ ਇਹਨੂੰ ਕਿਸੇ ਇੱਕ ਫਿਰਕੇ, ਇੱਕ ਮਜ਼ਹਬ ਨਾਲ ਨਹੀਂ ਅਸੀਂ ਜੋੜ ਸਕਦੇ। ਇਹਨੂੰ ਆਪਾਂ ਇੱਕ ਕਾਮਨ ਜਿਹਾ ਸ਼ਬਦ ਲਈਏ ਵੀ ਧਰਮੀ ਕਹਾਉਣਾ ਐਡਾ ਸੌਖਾ ਨਹੀਂ। ਉਹਦੇ ਲਈ ਅੰਦਰੋਂ ਧਰਮੀ ਬਣਨਾ ਪੈਂਦਾ। ਜੇ ਹੋਏ ਤਾਂ ਮੁਸਲਮਾਨ ਕਹਾਵੈ, ਅੰਦਰੋਂ ਅਗਰ ਖੁਦਾ ਦੇ ਨਿਯਮਾਂ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਜੀਵਨ ਸ਼ਿੰਗਾਰਿਆ ਹੋਵੇ ਨਾ, ਅੰਦਰੋਂ ਸਮਰਿਆ ਹੋਵੇ, ਫਿਰ ਕਹਾਇਆ ਜਾ ਸਕਦਾ ਹੈ। ਹੁਣ ਸਤਿਗੁਰੂ ਜੀ ਸਿਖਾ ਰਹੇ ਨੇ ਉਸ ਵੀਰ ਰਾਹੀਂ, ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੈ। ਅਵਲ ਔਲ, ਪਹਿਲਾ ਪਹਿਲ, ਸਭ ਤੋਂ ਪਹਿਲਾਂ ਦੀਨ ਹੁੰਦਾ ਧਰਮ। ਧਰਮ ਹੁੰਦਾ ਹੈ ਰੱਬੀ ਨਿਜ਼ਮ, ਖੁਦਾ ਦੇ ਨਿਜ਼ਮ, ਵਾਹਿਗੁਰੂ ਜੀ ਦੇ ਨਿਜ਼ਮ। ਉਹਨਾਂ ਨੂੰ ਮਿੱਠੇ ਕਰਕੇ ਮੰਨਣਾ ਚਾਹੀਦਾ ਹੈ। ਭਾਵ ਨਾ ਤਾਂ ਇਹ ਮਜਬੂਰੀ ਜੀ ਦੇ ਵਿੱਚ, ਤੇ ਨਾ ਇਹ ਕਿ ਇਹ ਔਖੇ ਲੱਗਦੇ ਨੇ। ਇਹ ਸਾਡਾ ਮੁੱਢਲਾ ਫਰਜ਼ ਹੈ ਰੱਬੀ ਉਪਦੇਸ਼ਾਂ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਮੰਨਣਾ।
ਅਗਲੀ ਗੱਲ ਸਤਿਗੁਰੂ ਜੀ ਕਹਿੰਦੇ ਮਸਕਲ ਮਾਨਾ ਮਾਲ ਮੁਸਾਵੈ। ਮਸਕਲ ਸ਼ਬਦ ਉਹਨਾਂ ਵਿੱਚ ਇੱਕ ਸ਼ਬਦ ਹੁੰਦਾ ਸੀ ਮਿਸਕਲਾ। ਮਿਸਕਲਾ ਜਿਹੜੇ ਹਥੌੜਾ, ਦਾਤੀ, ਇਹ ਜਿਤਨੇ ਹਥਿਆਰ ਹੁੰਦੇ ਸੀ ਵਰਤਣ ਵਾਲੇ ਉਸ ਵੇਲੇ ਲੋਹੇ ਦੇ, ਉਹਨਾਂ ਨੂੰ ਜੰਗਾਲ ਲੱਗ ਜਾਂਦੀ ਸੀ ਤੇ ਉਹ ਘਸਾ ਕੇ ਉਸ ਨੂੰ ਉਹਦੀ ਜੰਗ ਲਾਈ ਜਾਂਦੀ ਸੀ, ਉਹਨੂੰ ਮਿਸਕਲਾ ਕਹਿੰਦੇ ਸੀ। ਇੱਥੇ ਸਤਿਗੁਰਾਂ ਮਸਕਲ ਸ਼ਬਦ ਵਰਤਿਆ। ਸਤਿਗੁਰੂ ਕਹਿੰਦੇ ਜਿਵੇਂ ਉਹ ਮੈਲ ਲਾਉਂਦਾ ਹੈ ਨਾ, ਉਵੇਂ ਮਨ ਦੀ, ਹੰਕਾਰ ਦੀ, ਲੋਭ ਲਾਲਚ ਦੀ ਮੈਲ ਲਾਉਣ ਵਾਸਤੇ ਇੱਕ ਨਿਯਮ ਬਣਾਉਣਾ ਪਵੇਗਾ। ਮਾਲ ਮੁਸਾਵੈ ਦੇ ਅੱਖਰੀ ਅਰਥ ਬਣਦੇ ਨੇ ਆਪਣੀ ਕਮਾਈ ਨੂੰ ਲੋਕਾਂ ਤੇ ਲੁਟਾ ਦੇ। ਅੱਖਰੀ ਇਹ ਬਣਦੇ ਨੇ। ਉਂਝ ਇਹ ਹੁੰਦਾ ਹੈ ਜਿਵੇਂ ਸਿੱਖ ਧਰਮ ਦੇ ਵਿੱਚ ਜਿੰਨੀ ਵੀ ਅਸੀਂ ਕਮਾਈ ਕਰਦੇ ਹਾਂ, ਉਹਦਾ 10ਵਾਂ ਹਿੱਸਾ ਅਸੀਂ ਕੌਮ ਦੇ ਭਲੇ ਲਈ ਲੋੜਵੰਦਾਂ ਤੇ ਖਰਚਣਾ ਹੈ। ਇਸਲਾਮਿਕ ਵੀਰਾਂ ਵਿੱਚ ਵੀ ਹੈ। ਉਹਦੇ ਨਾਲ ਅੰਦਰ ਭਾਵਨਾ ਬਣਦੀ ਹੈ, ਇਹ ਕਮਾਈ ਸਾਡੀ ਨਹੀਂ ਹੈ, ਵਾਹਿਗੁਰੂ ਜੀ ਦੀ ਹੈ। ਫਿਰ ਵਾਹਿਗੁਰੂ ਜੀ ਤੇ ਭਰੋਸਾ ਵੱਜਦਾ ਹੈ, ਫਿਰ ਲੋਭ ਲਾਲਚ ਨਾਲ ਕਮਾਉਣ ਦੀ ਲੋੜ ਨਹੀਂ ਹੈ, ਸਬਰ ਸੰਤੋਖ ਦੀ ਜ਼ਿੰਦਗੀ ਜਿਉਣ ਦੀ ਯੁਗਤ ਆਉਂਦੀ ਹੈ। ਸਿੱਖ ਕੌਮ ਨੇ ਹਮੇਸ਼ਾ ਇਹ ਸੋਚਣਾ ਹੈ, ਅਸੀਂ ਸਾਰਿਆਂ ਨੇ ਆਪਣੀ ਕਮਾਈ ਦਾ 10ਵਾਂ ਹਿੱਸਾ ਜਦੋਂ ਖਰਚਣਾ ਹੈ ਨਾ, ਕੌਮ ਦੇ ਭਲੇ ਲਈ ਖਰਚਣਾ ਹੈ, ਉੱਥੇ ਖਰਚੀਏ ਜਿੱਥੇ ਖਰਚਣ ਦੇ ਨਾਲ ਜਿਹੜਾ ਗੁਰਬਾਣੀ ਤੋਂ ਟੁੱਟਿਆ ਗੁਰਬਾਣੀ ਨਾਲ ਜੁੜ ਜਾਵੇ। ਜਿਹਨੂੰ ਸਿੱਖੀ ਸਰੂਪ ਚੰਗਾ ਨਹੀਂ ਲੱਗਦਾ, ਸਿੱਖੀ ਸਰੂਪ ਨਾਲ ਜੁੜ ਜਾਵੇ। ਇਹਦੇ ਨਾਲ ਨਾਲੇ ਤੇ ਆਪਣੀ ਕੌਮ ਦਾ ਭਲਾ ਹੁੰਦਾ ਹੈ, ਨਾਲੇ ਸਮਾਜ ਦੇ ਵਿੱਚ ਉਸ ਦਾ ਸਮਾਜ ਨੂੰ ਫਾਇਦਾ ਹੁੰਦਾ ਹੈ। ਯਹੂਦੀਆਂ ਨੇ ਇਸ ਤਰੀਕੇ ਨਾਲ ਆਪਣੀ ਕੌਮ ਮਜ਼ਬੂਤ ਕੀਤੀ ਹੈ। ਸ਼ਾਇਦ ਜੇ ਅਸੀਂ ਗੁਰੂ ਪਾਤਸ਼ਾਹ ਦੀ ਇੱਕ ਪੰਕਤੀ ਹੈ, ਅਕਲਿੰ ਕੀਚੈ ਦਾਨ, ਜੇ ਅਸੀਂ ਆਪਣਾ ਦਸਵੰਧ ਗੁਰੂ ਪਾਤਸ਼ਾਹ ਦੇ ਨਜ਼ਰੀਏ ਅਨੁਸਾਰ ਸੋਚ ਸਮਝ ਕੇ ਵਰਤੀਏ ਤੇ ਕੌਮ ਦੀ ਚੜ੍ਹਦੀ ਕਲਾ ਹੋ ਜਾਏਗੀ। ਹਰ ਪਰਿਵਾਰ, ਹਰ ਬੱਚਾ, ਹਰ ਨੌਜਵਾਨ ਗੁਰਬਾਣੀ, ਗੁਰਸਿੱਖੀ, ਗੁਰਮਤ ਨਾਲ ਜੁੜੇਗਾ ਤੇ ਨਾਲੇ ਸ਼ਾਇਦ ਸਾਡੇ 'ਚ ਇੱਕ ਦੂਸਰੇ ਦੇ ਗਿੱਟੇ ਖਿੱਚਣੇ, ਇੱਕ ਦੂਸਰੇ ਦਾ ਹੱਕ ਮਾਰਨਾ, ਇਹੋ ਜਿਹੀਆਂ ਚੀਜ਼ਾਂ ਇਹਦੇ 'ਚੋਂ ਨਿਕਲ ਸਕਦੀਆਂ ਨੇ। ਸਤਿਗੁਰੂ ਉਸ ਮੁਸਲਮਾਨ ਵੀਰ ਨੂੰ ਕਹਿੰਦੇ ਨੇ, ਪਿਆਰਿਆ, ਆਪਣੀ ਕਮਾਈ ਦਾ ਕੁਝ ਹਿੱਸਾ ਦੂਸਰਿਆਂ ਤੇ ਲਾਉਣ ਵਾਸਤੇ ਆਪਣੇ ਮਨ ਨੂੰ ਲੱਗੀ ਹੋਈ ਲੋਭ ਲਾਲਚ ਦੀ ਤੇ ਹੰਕਾਰ ਦੀ ਜੰਗਾਲ ਨੂੰ ਲਾਉਣ ਵਾਸਤੇ ਬਾਕਮਾਲ ਇਹ ਆਦਤ ਹੈ। ਅਗਲੀ ਬਾਤ ਸਤਿਗੁਰੂ ਜੀ ਕਹਿ ਰਹੇ ਨੇ, ਹੋਏ ਮੁਸਲਿਮ ਦੀਨ ਮੁਹਾਣੈ, ਮਰਨ ਜੀਵਨ ਕਾ ਭਰਮ ਚੁਕਾਵੈ। ਮੁਸਲਿਮ ਦੀਨ ਜੋ ਖੁਦਾ ਦਾ ਬਣਾਇਆ ਹੋਇਆ ਧਰਮ ਹੈ। ਜੇ ਆਪਾਂ ਰੱਬੀ ਧਰਮ ਦੇਖਾਂਗੇ ਨਾ, ਤਾਂ ਫਿਰ ਧਰਮਾਂ ਦੀ ਕੋਈ ਵੀ ਡਿਫਰੈਂਸਿਸ ਸਾਨੂੰ ਦਿਖਾਈ ਨਹੀਂ ਦੇਣਗੇ। ਡਿਫਰੈਂਸ ਕਿੱਥੇ ਦਿਖਾਈ ਦਿੰਦੇ ਨੇ? ਜਦੋਂ ਧਰਮ ਦੀ ਵਿਆਖਿਆ ਦੇ ਵਿੱਚ ਕਰਮਕਾਂਡ ਜੋੜ ਦਿੱਤਾ ਜਾਂਦਾ ਹੈ, ਤੂੰ ਇਦਾਂ ਕਰੀ, ਇਦਾਂ ਹੋ ਜਾਏਗਾ। ਜੇ ਰੱਬੀ ਨਿਯਮਾਂ ਦੀ ਗੱਲ ਕਰੀਏ, ਉਹ ਤਾਂ ਗੁਣਾਂ ਤੇ ਖੜੀ ਹੈ ਸਾਰੀ ਖੇਡ, ਸੁਭਾਅ ਵਿੱਚ, ਸੋਚ ਵਿੱਚ। ਸਤਿਗੁਰੂ ਜੀ ਕਹਿੰਦੇ ਉਸ ਨੂੰ ਮੰਨਣਾ, ਮੁਹਾਣਾ ਹੈ, ਉਹਨੂੰ ਸਮਰਪਿਤ ਹੋ ਜਾ, ਉਹਨੂੰ ਪ੍ਰੈਕਟੀਕਲ ਜ਼ਿੰਦਗੀ 'ਚ ਮੰਨ। ਤੇ ਅੰਦਰ ਜਿਹੜਾ ਮਰਨ ਜੀਵਨ ਹੋ ਰਿਹਾ ਨਾ, ਮਨੁੱਖ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਉਹ ਫਲਾਣੇ ਦੀਆਂ ਤਰੱਕੀਆਂ ਤੋਂ ਜੈਲਸ ਹੋ ਗਿਆ। ਐਕਚੁਅਲੀ ਉਹਦੇ ਮਨ ਦੀ ਇੱਕ ਆਦਤ ਬਣ ਗਈ ਹੈ, ਉਹਨੂੰ ਇੱਕ ਖੁਰਾਕ ਚਾਹੀਦੀ ਹੈ ਨਿੰਦਾ ਦੀ, ਕਿਉਂਕਿ ਅੰਦਰ ਹੰਕਾਰ ਹੈ। ਹੁਣ ਉਹ ਹੰਕਾਰ ਇੱਕ ਪਲੇਟਫਾਰਮ ਲੱਭਦਾ ਹੈ ਕਿ ਮੈਂ ਕਿਸੇ ਨੂੰ ਨੀਵਾਂ ਮੰਨਾਂਗਾ ਤਾਂ ਹੀ ਮੈਂ ਆਪਣੇ ਆਪ ਨੂੰ ਉੱਚਾ ਮਹਿਸੂਸ ਕਰਾਂਗਾ, ਤਾਂ ਫਿਰ ਉਹ ਕੇਵਲ ਉਹਦੇ ਨੁਕਸ ਲੱਭੇਗਾ, ਉਹਦੇ ਚੰਗੇ ਕੰਮ ਨਹੀਂ ਦੇਖੇਗਾ, ਉਹਦੀਆਂ ਚੰਗਿਆਈਆਂ ਨਹੀਂ ਦੇਖੇਗਾ। ਤਾਂ ਜਦੋਂ ਉਹ ਨੁਕਸ ਦੇਖੇਗਾ, ਅੰਦਰੋਂ ਡਿਸਸੈਟਿਸਫਾਈਡ ਹੋਏਗਾ। ਡਿਸਸੈਟਿਸਫਾਈਡ ਹੋਏਗਾ ਤਾਂ ਅੰਦਰ ਇੱਕ ਜ਼ਹਿਰ ਜੀ ਭਰੇਗੀ, ਉਹਨੂੰ ਕੱਢਣ ਵਾਸਤੇ ਨਿੰਦਾ ਕਰੇਗਾ। ਤਾਂ ਪਿਆਰ ਦਾ ਗੁਣ ਮਰ ਗਿਆ, ਗੁਣ ਦੇਖਣ ਦਾ ਗੁਣ ਮਰ ਗਿਆ। ਉਲਟਾ ਨੈਗੇਟਿਵ ਥਿੰਕਿੰਗ ਆ ਗਈ। ਇਹ ਅੰਦਰ ਮਰਨ ਜਨਮ ਚੱਲਦਾ ਹੈ ਤੇ ਬਹੁਤ ਵੱਡਾ ਇੱਕ ਭਰਮ ਭੁਲੇਖਾ ਹੈ। ਮਨੁੱਖ ਨੂੰ ਲੱਗਦਾ ਮੇਰਾ ਸੁਭਾਅ ਠੀਕ ਹੈ, ਮੇਰੀ ਸੋਚ ਠੀਕ ਹੈ। ਇਸ ਤਰ੍ਹਾਂ ਆਪਣੇ ਅੰਦਰ ਜਨਮ ਮਰਨ ਨਿਤ ਚੱਲਦਾ ਹੈ, ਪਲ ਪਲ ਤੇ ਚੱਲੀ ਜਾ ਰਿਹਾ ਹੈ। ਜਿਹੜੇ ਆਪਣੇ ਸੋਚ ਸੁਭਾਅ ਨੂੰ ਨਹੀਂ ਪੜਚੋਲ ਕਰਦੇ, ਉਹ ਇਸ ਭਰਮ ਭੁਲੇਖੇ ਵਿੱਚ ਜਿਉਂ ਹੀ ਜਾਂਦੇ ਨੇ। ਸਤਿਗੁਰੂ ਕਹਿੰਦੇ ਇਹ ਜਿਹੜਾ ਮਰਨ ਜੀਵਨ ਅੰਦਰ ਚੱਲ ਰਿਹਾ, ਇਹਦੇ ਪ੍ਰਤੀ ਭਰਮ ਪਿਆ ਹੋਇਆ ਨਾ, ਇਹ ਭਰਮ ਨੂੰ ਕੱਢਣਾ ਪਵੇਗਾ। ਰੱਬ ਕੀ ਰਜ਼ਾ ਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ। ਕਿਉਂ ਹੁੰਦਾ?
ਕਿਉਂਕਿ ਰੱਬੀ ਨਿਯਮਾਂ ਦੇ ਵਿੱਚ ਇਹ ਅਟੱਲ ਸੱਚਾਈ ਹੈ, ਕੌੜਾ ਸੱਚ ਹੈ ਕਿ ਜ਼ਿੰਦਗੀ ਕਦੀ ਸਮੂਥਲੀ ਨਹੀਂ ਚੱਲਦੀ, ਅਪ ਐਂਡ ਡਾਊਨ ਆਉਂਦੇ ਨੇ। ਇਕਨੋਮਿਕਲ ਕ੍ਰਾਈਸਿਸ ਆ ਗਿਆ, ਚਾਹੇ ਉਹ ਆਪਣੀਆਂ ਹੀ ਕੀਤੀਆਂ ਆਦਤਾਂ ਕਰਕੇ ਆਇਆ ਹੋਵੇ, ਫਜ਼ੂਲ ਖਰਚੀ ਦੀਆਂ ਆਦਤਾਂ ਨੇ, ਫਿਰ ਚਾਦਰ ਦੇਖ ਕੇ ਪੈਰ ਨਾ ਪਸਾਰਨੇ, ਉਹਦੀ ਵੀ ਉਸ ਆਦਤ ਵਿੱਚੋਂ ਵੀ ਨਿਕਲ ਸਕਦਾ ਹੈ। ਪਰ ਇਕਨੋਮਿਕਲ ਕ੍ਰਾਈਸਿਸ ਵਿੱਚ ਬੜਾ ਘਬਰਾ ਜਾਂਦਾ ਹੈ। ਨੋ ਡਾਊਟ ਇਕਨੋਮਿਕਲ ਕ੍ਰਾਈਸਿਸ ਦੇ ਵਿੱਚ ਉਦਮ ਵਧਾਉਣਾ ਪਵੇਗਾ, ਯਤਨ ਤੇਜ਼ ਕਰਨੇ ਪੈਣਗੇ, ਮਿਹਨਤ ਜ਼ਿਆਦਾ ਕਰਨੀ ਪਵੇਗੀ। ਪਰ ਘਬਰਾ ਕੇ, ਡਰ ਵਿੱਚ ਆ ਕੇ, ਲੋਭ ਲਾਲਚ ਦਾ ਸਹਾਰਾ ਲੈਣਾ, ਗਲਤ ਤਰੀਕੇ ਨਾਲ ਪੈਸੇ ਕਮਾਉਣੇ, ਦੂਜੇ ਦਾ ਹੱਕ ਮਾਰਨਾ, ਇਹਦਾ ਮਤਲਬ ਰੱਬ ਦੀ ਰਜ਼ਾ ਨਹੀਂ ਮੰਨਣੀ ਆਈ। ਆਖੋ ਵਾਹਿਗੁਰੂ, ਰੱਬ ਦੇ ਨਿਯਮਾਂ ਅਨੁਸਾਰ ਤੁਰਨਾ ਨਹੀਂ ਆਇਆ। ਸਤਿਗੁਰੂ ਜੀ ਕਹਿੰਦੇ ਰੱਬ ਦੇ ਨਿਯਮਾਂ ਅਨੁਸਾਰ ਤੁਰਨਾ ਹੈ, ਔਰ ਜੋ ਹਾਲਾਤ ਬਣਦੇ ਨੇ ਉਹਨੂੰ ਆਪਣੇ ਉੱਪਰ ਸਿਰ ਉੱਪਰ ਕਰਤਾ ਮੰਨੇ ਮੇਰੇ ਉੱਪਰ ਵਾਹਿਗੁਰੂ ਜੀ ਦਾ ਨਿਯਮ ਚੱਲ ਰਿਹਾ, ਕੋਈ ਗੱਲ ਨਹੀਂ ਇਸ ਤਰ੍ਹਾਂ ਦਾ ਆ ਰਿਹਾ, ਤੇ ਆਪਣੇ ਸੁਭਾਅ ਦੀਆਂ ਕਮਜ਼ੋਰੀਆਂ ਤੇ ਸੋਚ ਦੀਆਂ ਕਮਜ਼ੋਰੀਆਂ ਨੂੰ ਗਵਾਉਣਾ ਪਵੇਗਾ। ਆਪ ਗਵਾਵ ਹੈ ਤਉ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੈ। ਸਤਿਗੁਰੂ ਕਹਿੰਦੇ ਐ ਪਿਆਰੇ ਮੁਸਲਮਾਨ ਵੀਰਾ, ਸਾਰੇ ਜੀਵਾਂ ਨਾਲ ਤੂੰ ਪਿਆਰ ਕਰਨਾ ਸਿੱਖ। ਕਿਉਂਕਿ ਉਸ ਵੇਲੇ ਕੀ ਸੀ, ਡਿਕਟੇਟਰਸ਼ਿਪ ਸੀ, ਮੌਕੇ ਦੀ ਹਕੂਮਤ ਪੋਲੀਟੀਕਲ ਪਾਵਰ ਦਾ ਸਹਾਰਾ ਲੈ ਕੇ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਸੀ। ਜਦੋਂ ਕਿਤੇ ਕੋਈ ਵੀ ਹਕੂਮਤ, ਕੋਈ ਵੀ ਸਰਕਾਰ ਕਿਸੇ ਵੀ ਦੇਸ਼ ਦੀ, ਚਾਹੇ ਉਹ ਡਿਕਟੇਟਰਸ਼ਿਪ ਸੀ, ਚਾਹੇ ਅੱਜ ਡੈਮੋਕ੍ਰੇਸੀ ਹੈ, ਅਗਰ ਉਹ ਪੋਲੀਟੀਕਲ ਪਾਵਰ ਦੀ ਗਲਤ ਵਰਤੋਂ ਕਰੇਗੀ ਤਾਂ ਨੈਚੁਰਲੀ ਹੈ ਕਿ ਉਹਦਾ ਜਿਤਨਾ ਵੀ ਅਹਿਲਕਾਰ ਸਿਸਟਮ ਹੈ ਨਾ, ਉਹਦਾ ਐਡਮਿਨਿਸਟ੍ਰੇਸ਼ਨ ਹੈ, ਰਿਸਰਚ ਤਬਕਾ ਹੈ, ਉਹ ਇਸ ਦਾ ਫਾਇਦਾ ਉਠਾ ਕੇ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਪੋਲੀਟੀਕਲ ਪਾਵਰ ਨੂੰ ਹੁਣ ਗਲਤ ਵਰਤਿਆ ਜਾ ਰਿਹਾ, ਕਿਉਂਕਿ ਉਹਨਾਂ ਰਾਹੀਂ ਹੀ ਵਰਤਣੀ ਹੁੰਦੀ ਹੈ। ਉਹ ਫਿਰ ਆਪਣੇ ਲੋਭ ਲਾਲਚ ਦੇ ਲਈ ਨਾਲੇ ਤਾਂ ਲੋਕਾਂ ਦਾ ਖੂਨ ਚੂਸਦੇ ਨੇ, ਤੇ ਨਾਲੇ ਧੱਕੇਸ਼ਾਹੀ ਕਰਕੇ ਆਪਣੀ ਹਕੂਮਤ ਨੂੰ ਖੁਸ਼ ਕਰਦੇ ਨੇ। ਇਹ ਫਿਰ ਹੇਠਾਂ ਤੱਕ ਤੁਰੀ ਆਉਂਦੀ ਹੈ ਇਹ ਚੀਜ਼। ਜਦੋਂ ਸਾਰਾ ਐਡਮਿਨਿਸਟ੍ਰੇਸ਼ਨ ਤੇ ਹਕੂਮਤ ਖੁਦ ਗਲਤ ਤਰੀਕੇ ਨਾਲ ਦੂਸਰਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰੇ, ਤੇ ਉਹ ਥੱਲੇ ਵੀ ਸਾਰਿਆਂ ਦੇ ਉਸੇ ਤਰ੍ਹਾਂ ਦੀ ਸੋਚ ਬਣ ਜਾਂਦੀ ਹੈ, ਆਪ ਤੋਂ ਮਾੜੇ ਨੂੰ ਦਬਾਉਣਾ, ਆਪ ਤੋਂ ਮਾੜੇ ਨਾਲ ਧੱਕਾ ਕਰਨਾ, ਤਕੜੇ ਤੋਂ ਡਰਨਾ। ਉਹ ਦੇਸ਼ ਕਦੀ ਤਰੱਕੀਆਂ ਨਹੀਂ ਕਰਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਵੇਲੇ ਦੇ ਇਸ ਹਾਲਾਤ ਨੂੰ ਸਾਹਮਣੇ ਰੱਖ ਕੇ ਕਹਿ ਰਹੇ ਨੇ ਕਿ ਤੁਸੀਂ ਇੱਕ ਦੂਸਰੇ ਤੇ ਧੱਕਾ ਕਰਨ ਦੀ ਬਜਾਏ, ਇੱਕ ਦੂਸਰੇ ਨੂੰ ਦਬਾਉਣ ਦੀ ਬਜਾਏ, ਇੱਕ ਦੂਸਰੇ ਨਾਲ ਪਿਆਰ ਦੀ ਖੇਲ ਖੇਲਣੀ ਸਿੱਖ ਜਾਓ ਤਾਂ ਫਿਰ ਅਸਲੀ ਮੁਸਲਮਾਨ ਕਹਾਂਗੇ। ਇਹ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਹੈ, ਹਿੰਦੂ ਵੀਰਾਂ ਤੇ ਵੀ ਲਾਗੂ ਹੁੰਦੀ ਹੈ। ਇਹਨਾਂ ਗੁਣਾਂ ਨੂੰ ਸਾਡੀ ਸੋਚ ਸੁਭਾਅ ਵਿੱਚ ਲਾਗੂ ਕਰਾਂਗੇ ਤਾਂ ਅਸੀਂ ਧਰਮੀ ਅਖਵਾਵਾਂਗੇ। ਅਗਲਾ ਸ਼ਲੋਕ ਮਹੱਲਾ ਚੌਥਾ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ। ਸਤਿਗੁਰੂ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਇਹ ਆਦਤਾਂ ਆਪਣੀ ਸੁਭਾਅ ਵਿੱਚੋਂ, ਸੋਚ ਵਿੱਚੋਂ ਦੇਖਣੀਆਂ ਪੈਣਗੀਆਂ ਤੇ ਕੱਢਣੀਆਂ ਪੈਣਗੀਆਂ। ਇਹਨੂੰ ਆਪਣੀ ਜ਼ਿੰਦਗੀ ਵਿੱਚ ਮੈਨੇਜ ਕਰਕੇ ਇਸ ਤੋਂ ਬਚਣਾ ਹੈ। ਅੱਜ ਕਾਮ ਕਾਮਨੀ ਮੋਹ ਤਜੈ, ਤਾਂ ਅੰਜਨ ਮਾਹਿ ਨਿਰੰਜਨ ਪਾਵੈ। ਕਾਮ ਵਾਸ਼ਨਾਵਾਂ, ਹੰਕਾਰੀ ਵਾਸ਼ਨਾਵਾਂ, ਲੋਭ ਦੀਆਂ ਇੱਛਾਵਾਂ, ਬੇਕਾਰੀ ਇੱਛਾਵਾਂ, ਇਹ ਜਿੰਨੀਆਂ ਇੱਛਾਵਾਂ ਨੇ ਇਹ ਪਸ਼ੂ ਪ੍ਰਵਿਰਤੀਆਂ ਨੇ। ਮਨ ਪਸ਼ੂਆਂ ਜਾਨਵਰਾਂ ਦੀ ਜੂਨੀ 'ਚ ਜਾਂਦਾ ਹੈ, ਨਿਤ ਗੇੜੇ ਮਾਰਦਾ ਹੈ। ਇਹ ਕੁਸੰਗ ਵਿੱਚੋਂ ਪੈਦਾ ਹੁੰਦੀਆਂ ਨੇ, ਇਸ ਲਈ ਇਹਨੂੰ ਕੁਸੰਗੀ ਆਦਤਾਂ ਕਹਿੰਦੇ ਨੇ। ਸਤਿਗੁਰੂ ਕਹਿੰਦੇ ਇਹਨਾਂ ਤੋਂ ਅਗਰ ਸੁਭਾਅ ਤੇ ਸੋਚ ਬਚਦੀ ਹੈ, ਬਚਦੀ ਕਿਵੇਂ? ਗੁਰੂ ਦੇ ਉਪਦੇਸ਼ਾਂ ਨੂੰ ਮੰਨ ਕੇ, ਸੋਚ ਸੁਭਾਅ ਦੇ ਲੈਵਲ ਤੇ ਪ੍ਰੈਕਟੀਕਲ ਜਿਉਂ ਕੇ, ਤਾਂ ਇਸੇ ਸੰਸਾਰ ਵਿੱਚ ਅੰਜਨ ਮਾਹਿ ਨਿਰੰਜਨ ਪਾਵੈ। ਇਹੀ ਸੰਸਾਰ ਜਿੱਥੇ ਕੁਸੰਗ ਵੀ ਹੈ, ਜਿੱਥੇ ਹਰ ਤਰ੍ਹਾਂ ਦਾ ਬੋਲਬਾਲਾ ਹੈ, ਉੱਥੇ ਆਪਣੇ ਆਪ ਨੂੰ ਇਸ ਤੋਂ ਨਿਰਲੇਪ ਜੀਵਨ ਜਿਉਇਆ ਜਾ ਸਕਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਨੇ। ਅਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ, ਅਜ ਪਿਆਸ ਆਸ ਰਾਮ ਲਿਵ ਲਾਵੈ। ਅੰਦਰ ਮਾਨ ਅਭਿਮਾਨ ਖਤਮ ਕਰਨਾ ਹੈ। ਮਾਨ ਅਭਿਮਾਨ ਕੀ ਹੈ? ਮਨੁੱਖ ਆਪਣੀ ਕੋਈ ਨਾ ਕੋਈ ਪਹਿਚਾਣ ਬਣਾਉਂਦਾ ਹੈ, ਤੇ ਇੱਕ ਭੁਲੇਖਾ ਹੈ ਕਿ ਇਸ ਪਹਿਚਾਣ ਕਰਕੇ ਮੇਰਾ ਸਤਿਕਾਰ ਹੈ, ਜਾਂ ਉਹ ਪਦਵੀ ਲਵੇਗਾ, ਪਦਵੀ ਕਰਕੇ ਮੇਰਾ ਸਤਿਕਾਰ ਹੈ,
ਪਦਵੀ ਨਹੀਂ ਤੇ ਫਿਰ ਉਹ ਅਮੀਰੀ ਲੱਭੇਗਾ, ਅਮੀਰੀ ਹੋਵੇ, ਅਮੀਰੀ ਕਰਕੇ ਮੇਰਾ ਜਿਹੜਾ ਹੈ ਸਤਿਕਾਰ ਹੈ ਉਹ ਪੈਸੇ ਪ੍ਰਾਪਰਟੀ ਪਿੱਛੇ ਦੌੜ ਲਾ ਦੇਗਾ। ਇੱਕ ਨੇ ਪਦਵੀ ਪਿੱਛੇ ਦੌੜ ਲਾਈ। ਉਸ ਤੋਂ ਬਾਅਦ ਫਿਰ ਉਹ ਆਪਣੀ ਪਹਿਚਾਣ ਲੋਕਾਂ ਤੇ ਥੋਪਣ ਵਾਸਤੇ ਕਈ ਵਾਰੀ ਜਾਤ ਪਾਤ ਦਾ ਸਹਾਰਾ ਵੀ ਲੈਂਦਾ। ਇਹ ਨੀਵੀਂ ਜਾਤ ਦੇ ਨੇ, ਮੈਂ ਉੱਚੀ ਜਾਤ ਦਾ। ਇਹਨੂੰ ਮਾਨ ਅਭਿਮਾਨ ਕਹਿੰਦੇ ਨੇ। ਸਤਿਗੁਰੂ ਕਹਿੰਦੇ ਇਹਨੂੰ ਛੱਡ ਦੇ। ਦੂਸਰਾ ਪ੍ਰੀਤ ਸੁੱਤ ਦਾਰਾ। ਹੁਣ ਇੱਥੇ ਇਹਦਾ ਮਤਲਬ ਇਹ ਨਹੀਂ ਹੈ ਕਿ ਪੁੱਤਰ, ਪਰਿਵਾਰ, ਪਤਨੀ ਨਾਲ ਪ੍ਰੀਤ ਛੱਡ ਦਿਓ। ਕੁਝ ਸ਼ਬਦ ਸਿੰਬੋਲਿਕ ਹੁੰਦੇ ਨੇ, ਉਹਦੀ ਰਮਨ ਸਮਝਣੀ ਹੁੰਦੀ ਹੈ। ਜਾਣੀ ਤੂੰ ਪਰਿਵਾਰ, ਪੁੱਤਰਾਂ, ਧੀਆਂ ਵਿੱਚ ਸੈਲਫਿਸ਼ ਹੋ ਕੇ ਨਾ ਵਿਚਰ, ਕਿ ਇੰਨਾ ਸੈਲਫਿਸ਼ ਹੋ ਜਾਵੇਂ ਕਿ ਤੂੰ ਕਹੇ ਕਿ ਮੈਂ ਇਤਨਾ ਜੋੜ ਲਵਾਂ, ਮੇਰੀਆਂ 3 ਪੀੜ੍ਹੀਆਂ ਬੈਠੀਆਂ ਖਾਣ। ਬੰਦਾ ਸੈਲਫਿਸ਼ ਹੋ ਕੇ ਮੋਹ ਮਮਤਾ ਵਿੱਚ ਡੁੱਬ ਕੇ ਐਸਾ ਫਸ ਜਾਂਦਾ ਹੈ, ਉਹ ਸਾਰੀ ਜ਼ਿੰਦਗੀ ਬੱਚਿਆਂ ਲਈ ਕਰਦਾ ਹੈ, ਬੱਚੇ ਕਦਰ ਨਹੀਂ ਕਰਦੇ ਉਹਦੀ। ਫਿਰ ਉਹਨੂੰ ਲੱਗਦਾ ਹੈ ਕਿ ਮੈਂ ਤਾਂ ਐਵੇਂ ਹੀ ਧੰਦ ਪਿੱਟਦਾ ਰਿਹਾ। ਸਤਿਗੁਰੂ ਕਹਿੰਦੇ ਇਹੀ ਜਿਹੜੀ ਐਨਰਜੀ ਹੈ ਨਾ ਲੋਕਾਂ ਤੇ ਆਪਣਾ ਪ੍ਰਭਾਵ ਸਨਮਾਨ ਬਣਾਉਣ ਦੀ, ਤੇ ਸੈਲਫਿਸ਼ ਹੋ ਕੇ ਬਹੁਤ ਕੁਝ ਪ੍ਰਾਪਤ ਕਰਨ ਦੀ, ਉਹੀ ਵਿਰਤੀ ਵਾਹਿਗੁਰੂ ਜੀ ਦੀ ਬਖਸ਼ਿਸ਼ ਵਾਲੇ ਪਾਸੇ ਲਾ ਤੇ ਉਧਰ ਉਮੀਦ ਰੱਖ, ਤੇਰੀ ਬਖਸ਼ਿਸ਼ ਤੈਨੂੰ ਮਿਲੇਗੀ, ਤੇਰਾ ਸੋਚ ਸੁਭਾਅ ਸੰਵਰੇਗਾ। ਇਹੀ ਸਭ ਤੋਂ ਵੱਡੀ ਤੇਰੀ ਪਹਿਚਾਣ ਹੋਏਗੀ। ਇਹੀ ਅਸਲੀ ਇਨਸਾਨ ਹੋਏਗਾ, ਜਿਹਨੂੰ ਗੁਰਮੁਖ ਕਿਹਾ ਅਸਲੀ ਧਰਮੀ ਬਣੇਗਾ। ਇਹ ਲਿਵ ਲਾ ਗੂੜੀ ਪ੍ਰੀਤ ਪਾ, ਨਾਨਕ ਸਾਚਾ ਮਨ ਬਸੈ, ਸਾਚ ਸ਼ਬਦ ਹਰ ਨਾਮ ਸਮਾਵੈ। ਇਹ ਨਾਨਕ ਜੀ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਕਿਉਂਕਿ ਸਾਰੇ ਗੁਰੂ ਸਾਹਿਬਾਨ ਨਾਨਕ ਸ਼ਬਦ ਹੀ ਵਰਤਦੇ ਨੇ। ਜਦੋਂ ਮਨ ਵਿੱਚ ਸੱਚ ਦਾ ਰਸ ਵਸ ਜਾਵੇ, ਰੱਬੀ ਮਾਰਗ, ਗੁਰੂ ਦੇ ਮਾਰਗ ਦਾ ਰਸ ਵਸ ਜਾਵੇ, ਫਿਰ ਜਿਹੜਾ ਸੱਚ ਦਾ ਉਪਦੇਸ਼ ਹੈ, ਸਾਚ ਸ਼ਬਦ, ਉਹ ਰੱਬ ਦਾ ਗਿਆਨ ਰੂਪੀ ਨਾਮ ਹੈ। ਸਾਚ ਸ਼ਬਦ ਹਰ ਨਾਮ ਸਮਾਵੈ, ਮਨ ਉਹਦੇ ਵਿੱਚ ਸਮਾ ਜਾਵੇ। ਇਹ ਸਤਿਗੁਰੂ ਜੀ ਸਿੱਖਿਆ ਦੇ ਰਹੇ। ਚਾਹੇ ਗੱਲ ਕਿਸੇ ਮੁਸਲਮਾਨ ਵੀਰ ਨਾਲ ਹੋ ਰਹੀ ਹੈ, ਸਿੱਖਿਆ ਸਾਨੂੰ ਸਾਰਿਆਂ ਨੂੰ ਦੇ ਰਹੇ ਨੇ, ਕਿਉਂਕਿ ਗੁਰੂ ਦੇ ਉਪਦੇਸ਼ ਸਾਰੀ ਮਨੁੱਖਤਾ ਵਾਸਤੇ ਹੁੰਦੇ ਨੇ। ਜੇ ਸਾਡਾ ਨਾਮ ਹੈ ਸਿੱਖ, ਅਸੀਂ ਤਾਂ ਉਪਦੇਸ਼ ਸਿੱਖਣੇ ਨੇ। ਪੌੜੀ, ਇਹ ਮਾਝ ਰਾਗ ਦੀ 8ਵੀਂ ਪੌੜੀ ਹੈ। ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ। ਸਤਿਗੁਰੂ ਕਹਿੰਦੇ ਪਦਵੀਆਂ ਦੇ ਪਿੱਛੇ ਐਡੀ ਵੱਡੀ ਦੌੜ ਲੱਗਦੀ ਹੈ। ਜਿੰਨੇ ਰਾਜੇ ਨੇ, ਫਿਰ ਉਹਨਾਂ ਦੇ ਵਜ਼ੀਰ ਨੇ, ਉਹਨਾਂ ਦੇ ਅਹਿਲਕਾਰ ਨੇ। ਪਿਆਰਿਓ, ਇਸ ਸੰਸਾਰ ਤੇ ਕਿਸੇ ਨੇ ਸਦਾ ਨਹੀਂ ਰਹਿਣਾ। ਇਹ ਪਦਵੀਆਂ ਪੁਦਵੀਆਂ ਇੱਥੇ ਹੀ ਰਹਿ ਜਾਣੀਆਂ ਨੇ। ਅਖਵਾ ਹਟ ਪਟਨ ਬਾਜ਼ਾਰ ਹੁਕਮੀ ਟਹਿਸੀਓ। ਫਿਰ ਦੂਸਰੇ ਪਾਸੇ ਅਮੀਰ ਬਣਨ ਵਾਸਤੇ ਬਿਜ਼ਨਸ ਕਰਨਾ, ਵਪਾਰੀ ਬਣਨਾ, ਇਹ ਹੱਟੀਆਂ, ਬਾਜ਼ਾਰ, ਸ਼ਹਿਰ ਰੱਬ ਦੇ ਨਿਜ਼ਮ ਵਿੱਚ ਨੇ, ਨਾਲ ਨਹੀਂ ਨਿਭਣ ਵਾਲੇ। ਜ਼ਿੰਦਗੀ ਵਿੱਚ ਜਦੋਂ ਕੋਈ ਦੁੱਖ ਆਉਂਦਾ ਹੈ, ਉਸ ਦੁੱਖ ਵਿੱਚ ਨਾ ਤਾਂ ਪੈਸਾ ਅੰਦਰਲੀ ਪੀੜਾ ਦੂਰ ਕਰਦਾ ਹੈ, ਨਾ ਪਰਿਵਾਰ, ਨਾ ਕਾਰੋਬਾਰ, ਨਾ ਬਿਜ਼ਨਸ, ਕੁਛ ਵੀ ਨਹੀਂ। ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਅੰਦਰਲੇ ਆਨੰਦ ਦੀ। ਪੱਕੇ ਵੰਕ ਦੁਆਰ ਮੂਰਖ ਜਾਣੈ ਆਪਣੇ। ਬੰਦਾ ਲੋਭ ਲਾਲਚ ਦੇ ਵਿੱਚ ਮੇਰੇ ਬੜੇ ਪੱਕੇ ਬੰਕ ਦੁਆਰ ਹੋਣ, ਯਾਨੀ ਅਮੀਰੀ ਦਿੱਖ, ਅਮੀਰੀ ਘਰ, ਮਹਿੰਗਾ ਘਰ। ਇੱਥੇ ਇਹ ਗੱਲ ਮੈਂ ਮੈਂਸ਼ਨ ਕਰ ਦੇਵਾਂ, ਮਹਿੰਗਾ ਘਰ ਲੈਣਾ, ਲੈ ਲਓ, ਚਾਹੀਦਾ। ਗੁਰਸਿੱਖਾਂ ਦਾ ਪ੍ਰਭਾਵ ਬਣੇਗਾ। ਗੁਰਸਿੱਖ ਰੋਇਲ ਲਾਈਫ ਵੀ ਜਿਉਂਦੇ ਨੇ, ਪਰਉਪਕਾਰੀ ਵੀ ਨੇ, ਆਪਣੇ ਗੁਰੂ ਨੂੰ ਸਮਰਪਿਤ ਵੀ ਨੇ। ਐਸਾ ਪ੍ਰਭਾਵ ਜਾਣਾ ਚਾਹੀਦਾ। ਪਰ ਚਾਦਰ ਦੇਖ ਕੇ ਪੈਰ ਪਸਾਰਨੇ, ਇਹ ਨਾ ਹੋਵੇ ਇਹਦੇ 'ਚ ਇਤਨੇ ਉਲਝ ਜਾਓ, ਇਤਨੇ ਉਲਝ ਜਾਓ, ਤੁਸੀਂ ਬਾਕੀ ਜੋ ਕਰਨਾ ਉਹ ਕਰ ਹੀ ਨਾ ਸਕੋ। ਆਖੋ ਵਾਹਿਗੁਰੂ। ਸਤਿਗੁਰੂ ਕਹਿੰਦੇ ਫਿਰ ਮਨ ਮੂਰਖ ਬਣ ਗਿਆ, ਇਹਨੂੰ ਆਪਣੇ ਸਮਝਦਾ ਹੈ। ਦਰਬ ਭਰੇ ਭੰਡਾਰ ਰੀਤੇ ਇੱਕ ਖਿਣੇ। ਇੱਕ ਛਿਨ ਦੇ ਵਿੱਚ ਪਤਾ ਨਹੀਂ ਕਦੋਂ ਇਹ ਹੱਥੋਂ ਨਿਕਲ ਜਾਣ। ਵੱਡੇ ਵੱਡੇ ਭੰਡਾਰੇ, ਵੱਡੇ ਵੱਡੇ ਖਜ਼ਾਨੇ ਜਿਹਨੇ ਮਰਜ਼ੀ ਇਕੱਠੇ ਕਰ ਲਏ, ਇਹ ਨਾਲ ਜਾਣ ਵਾਲੇ ਨਹੀਂ, ਨਾਲ ਨਿਭਣ ਵਾਲੇ ਨਹੀਂ। ਉਸ ਵੇਲੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਬੰਦਾ ਆਪਣੇ ਅੰਦਰ ਲੋਭ ਲਾਲਚ ਪੈਦਾ ਕਰਦਾ, ਦੂਸਰੇ ਤੋਂ ਪ੍ਰਭਾਵਿਤ ਹੋ ਕੇ, ਮੈਂ ਉਹਦੇ ਵਰਗਾ ਕਿਉਂ ਨਹੀਂ। ਉਦਾਹਰਨ ਵਜੋਂ ਤੁਹਾਡੇ ਕੋਲ ਇੱਕ ਕਾਰ ਹੈ, ਪਾਰਕਿੰਗ ਦੇ ਵਿੱਚ ਤੁਸੀਂ ਲਾਈ ਹੈ, ਤੁਹਾਡੇ ਸਾਰੇ ਮਹੱਲੇ ਦੀਆਂ ਕਾਰਾਂ ਲੱਗੀਆਂ ਨੇ। ਸਾਰੀਆਂ ਕਾਰਾਂ ਤੁਹਾਡੇ ਵਰਗੀਆਂ ਜਾਂ ਤੁਹਾਡੇ ਤੋਂ ਘੱਟ ਨੇ,
ਤਾਂ ਤੁਹਾਡੇ ਮਨ 'ਚ ਕਦੀ ਵੀ ਉਥਲ-ਪੁਥਲ ਨਹੀਂ ਹੋਏਗੀ। ਸਾਰਿਆਂ ਕੋਲੇ ਤੁਹਾਡੇ ਤੋਂ ਮਹਿੰਗੀਆਂ ਹੋਣ ਤੇ ਤੁਹਾਡੇ ਕੋਲ ਸਸਤੀ ਹੋਵੇ, ਬਸ ਫਿਰ ਉਹ ਅੰਦਰ ਡਰ ਬੈਠ ਗਿਆ, ਮੈਂ ਇੱਦਾਂ ਕਿਉਂ ਆ? ਮੈਂ ਇਹਦਾ ਵਰਗਾ ਕਿਉਂ ਨਹੀਂ ਬਣ ਸਕਦਾ? ਇੱਥੋਂ ਫਿਰ ਤੰਦ ਸ਼ੁਰੂ ਹੁੰਦੀ ਹੈ, ਜਿਹੜੀ ਤੰਦ ਵਿੱਚ ਉਹ ਉਲਝਦਾ ਹੈ। ਉਸ ਵੇਲੇ ਜਿਹੜੇ ਅਮੀਰ ਹੁੰਦੇ ਸੀ, ਬਾਦਸ਼ਾਹ ਹੁੰਦੇ ਸੀ, ਉਹਨਾਂ ਦਾ ਸੀਨ ਪੇਸ਼ ਕਰ ਰਹੇ ਨੇ, ਹੱਟ, ਪੱਟਣ, ਬਾਜ਼ਾਰ, ਹੁਕਮੀ ਵਾਹਿਗੁਰੂ ਮਾਫ਼ ਕਰਨਾ ਅਗਲੀ ਪੰਕਤੀ। ਤਾਜੀ, ਰੱਥ, ਤੁਖਾਰ, ਹਾਥੀ, ਪਾਖਰੇ, ਤਾਜੀ ਅਰਬੀ ਨਸਲ ਦੇ ਘੋੜੇ ਉਹਨੂੰ ਤਾਜੀ ਕਹਿੰਦੇ ਸਨ, ਰੱਖਦੇ ਸਨ। ਰੱਥ ਹੁੰਦੇ ਸੀ ਉਹਨਾਂ ਕੋਲੇ, ਤੁਖਾਰ ਊਠ ਹੁੰਦੇ ਸੀ, ਹਾਥੀ ਹੁੰਦੇ ਸੀ, ਪਾਖਰੇ ਹੁੰਦਾ ਹਾਥੀ ਦੇ ਉੱਪਰ ਰੱਖਿਆ ਹੋਇਆ ਹੁੱਦਾ ਜਿਹਦੇ 'ਚ ਬੈਠਦੇ ਆ, ਹਾਥੀਆਂ ਦੇ ਹੁੱਦੇ। ਬਾਗ ਮਿਲਖ ਘਰ-ਬਾਰ ਕਿੱਥੈ ਸੇ ਆਪਣੇ, ਬਾਗ ਮਿਲਖ ਬਗੀਚੀਆਂ, ਵੱਡੇ ਵੱਡੇ ਬਗੀਚੀਆਂ, ਫਿਰ ਜ਼ਮੀਨ, ਵੱਡੇ ਵੱਡੇ ਘਰ-ਬਾਰ। ਬੜਾ ਹੰਕਾਰ ਵਿੱਚ ਤੁਰਦਾ ਸੀ, ਮੇਰੇ ਵਰਗਾ ਕੋਈ ਨਹੀਂ। ਆਮ ਗਰੀਬ ਵਿਚਾਰੇ ਉਹਨਾਂ ਨੂੰ ਇਸ ਲਈ ਸਲਾਮਾਂ ਕਰੀ ਜਾਂਦੇ ਸੀ, ਇਹਨਾਂ ਕੋਲੇ ਅਰਬੀ ਨਸਲ ਦੇ ਘੋੜੇ ਨੇ, ਹਾਥੀ ਨੇ, ਊਠ ਨੇ, ਬਈ ਬੜਾ ਵੱਡਾ ਹੈ ਜੀ। ਉਹ ਫਿਰ ਜਿੱਥੇ ਬੈਠਦਾ ਸੀ, ਤੰਬੂ, ਪਲੰਗ, ਨਿਵਾਰ, ਸਰਾਏ 'ਚ ਲਾਲਤੀ, ਉਹਦੇ ਵਾਸਤੇ ਇੱਕ ਤੰਬੂ ਲਾਇਆ ਜਾਂਦਾ ਜਿੱਥੇ ਉਹਨੇ ਬੈਠਣਾ। ਉਹਦੇ ਲਈ ਪਲੰਗ ਰੱਖਿਆ ਜਾਂਦਾ, ਨਿਵਾਰ, ਪਲੰਗ ਨਿਵਾਰੀ। ਹੌਲੀ ਹੌਲੀ ਨਿਵਾਰ ਜਿਹੜੀ ਘਰਾਂ 'ਚ ਆ ਗਈ ਸੀ। ਆਪਾਂ ਵੇਖਿਆ ਪਹਿਲਾਂ ਰੱਸੀ ਦੇ ਨਾਲ ਬੁਣਦੇ ਸੀ, ਫਿਰ ਸੂਤ ਨਾਲ ਬੁਣਦੇ, ਜਿਹੜੇ ਮੰਜੇ ਬੁਣੇ ਜਾਂਦੇ ਸੀ। ਫਿਰ ਉਹ ਨਿਵਾਰ ਆ ਗਈ ਸੀ, ਨਿਵਾਰ ਨਾਲ ਬੁਣੇ ਜਾਂਦੇ। ਉਹਨਾਂ ਜ਼ਮਾਨਿਆਂ 'ਚ ਅਮੀਰਾਂ ਕੋਲੇ ਹੁੰਦੇ ਬੜੀ ਵੀ ਨਿਵਾਰ ਦਾ ਪਲੰਗ ਹੈ ਉਹਦੇ ਕੋਲੇ, ਉਹ ਲੱਗਣਾ। ਸਰਾਏ 'ਚ ਲਾਲਤੀ, ਕਨਾਤਾਂ, ਸਰਾਏ 'ਚ ਕਨਾਤਾਂ, ਲਾਲਤੀ ਰੇਸ਼ਮ ਦੀਆਂ ਕਨਾਤਾਂ ਲੱਗੀਆਂ ਹੋਣੀਆਂ ਜਿੱਥੇ ਬੈਠਣਾ, ਬੱਲੇ ਵੀ ਬੱਲੇ ਬੜਾ ਹੋਇਆ। ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ, ਵੀ ਇਹ ਪਹਿਚਾਣ ਹੈ ਵੀ ਅਮੀਰ ਹੈ, ਇਹ ਬਹੁਤ ਵੱਡਾ ਅਮੀਰ ਹੈ। ਬੰਦਾ ਇਸ ਪਹਿਚਾਣ ਬਣਾਉਣ ਵਾਸਤੇ ਜ਼ਿੰਦਗੀ ਦੀ ਸਾਰੀ ਦੌੜ ਲਾ ਦਿੰਦਾ ਹੈ। ਘਰ ਵਿੱਚ ਜੋ ਕਰਨਾ ਹੈ ਉਹ ਵੀ ਰਹਿ ਜਾਂਦਾ ਹੈ, ਆਪਣੇ ਲਈ ਜੋ ਕਰਨਾ ਉਹ ਵੀ ਰਹਿ ਜਾਂਦਾ ਹੈ। ਸਤਿਗੁਰੂ ਕਹਿੰਦੇ, ਹੇ ਨਾਨਕ ਜੀ, ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ। ਅਸਲੀ ਸਨਾਖਤ ਕੀ ਹੈ ਕਿ ਤੂੰ ਦਾਤਾਰ ਦੇ ਕੁਦਰਤ ਭਾਵ ਉਹਦੇ ਨਿਯਮਾਂ ਨੂੰ, ਰੱਬੀ ਉਪਦੇਸ਼ ਨੂੰ ਸੋਚ ਸੁਭਾਅ ਦੇ ਲੈਵਲ 'ਤੇ ਕਿਤਨਾ ਤੂੰ ਫੋਲੋ ਕਰ ਰਿਹਾ ਹੈ, ਕਿਤਨਾ ਲਾਗੂ ਕਰ ਰਿਹਾ ਹੈ। ਤੇਰੀ ਸੋਚ ਤੇ ਸੁਭਾਅ ਰੱਬੀ ਉਪਦੇਸ਼ਾਂ ਮੁਤਾਬਕ ਕਿਤਨੀ ਬਣ ਗਈ ਹੈ। ਅਸਲੀ ਪਹਿਚਾਣ ਇਹ ਹੈ। ਪੈਸੇ, ਪ੍ਰੋਪਰਟੀ, ਪਦਵੀ, ਇਹ ਜਿਹੜੀ ਪਹਿਚਾਣ ਹੈ ਇਹ ਹੰਕਾਰ ਵਿੱਚੋਂ ਨਿਕਲੀ ਹੁੰਦੀ ਹੈ। ਆਖੋ ਵਾਹਿਗੁਰੂ। ਹੰਕਾਰ ਵਿੱਚੋਂ ਨਿਕਲੀ ਪਹਿਚਾਣ ਨਫ਼ਰਤ ਵੀ ਕਰਵਾ ਦਿੰਦੀ ਹੈ, ਨਿੰਦਾ ਵਿੱਚ ਵੀ ਉਲਝਾ ਦਿੰਦੀ ਹੈ, ਇਹ ਲੋਭ ਲਾਲਚ ਦੇ ਖੂਹ ਵਿੱਚ ਵੀ ਡੇਗ ਦਿੰਦੀ ਹੈ। ਸ਼ਲੋਕ ਮਹੱਲਾ ਪਹਿਲਾ, ਅਗਲੀ ਪੌੜੀ 9ਵੀਂ ਪੌੜੀ ਦੇ ਨਾਲ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਲੋਕ ਹੈ। ਹੁਣ ਇੱਥੇ ਦੋ ਚੀਜ਼ਾਂ ਦੇਣਗੇ, ਧਿਆਨ ਦੇਣਾ ਅਗਲੇ ਸ਼ਲੋਕਾਂ ਵਿੱਚ। ਇੱਕ ਅਮੀਰੀ, ਅਮੀਰੀ ਦੀ ਸਿਖਰ, ਦੂਸਰਾ ਦੁੱਖਾਂ ਦੀ ਸਿਖਰ। ਸਤਿਗੁਰੂ ਕਹਿਣ ਲੱਗੇ, ਕੋਈ ਫਰਕ ਨਹੀਂ ਪੈਂਦਾ ਅਮੀਰੀ ਨਾਲ, ਕੋਈ ਫਰਕ ਨਹੀਂ ਪੈਂਦਾ ਜ਼ਿੰਦਗੀ ਦੇ ਕ੍ਰਾਈਸਿਸ ਭਰੇ ਹਾਲਾਤਾਂ ਨਾਲ। ਫਰਕ ਪੈਂਦਾ ਹੈ ਅੰਦਰਲੀ ਤੇਰੀ ਭਾਵਨਾ, ਤੇਰੇ ਜਜ਼ਬੇ, ਤੇਰੇ ਮਹਿਸੂਸ ਕਰਨ ਦਾ ਤਲ, ਕਿਸੇ ਚੀਜ਼ ਨੂੰ, ਸਿਚੁਏਸ਼ਨ ਨੂੰ ਸਮਝਣ ਦਾ ਤਲ, ਤੇਰੀ ਅੰਦਰਲੀ ਮਜ਼ਬੂਤੀ, ਅੰਦਰੋਂ ਗੁਰੂ ਦੇ ਉਪਦੇਸ਼ਾਂ ਅਨੁਸਾਰ ਸੋਚ ਸੁਭਾਅ ਕਿੰਨਾ ਹੈ, ਰੱਬੀ ਉਪਦੇਸ਼ਾਂ ਨੂੰ ਕਿੰਨਾ ਸਮਝਦਾ ਹੈ, ਰੱਬ ਦੇ ਨਿਯਮਾਂ ਨੂੰ ਕਿੰਨਾ ਸਮਝਦਾ ਹੈ, ਰੱਬ ਨੂੰ ਤੇ ਗੁਰੂ ਨੂੰ ਕਿੰਨਾ ਸਮਰਪਿਤ ਹੈ। ਗੱਲ ਤੇ ਆ ਹੈ। ਹੁਣ ਸਤਿਗੁਰੂ ਜੀ ਆਪਣੇ ਤੇ ਲਾ ਕੇ ਕਹਿੰਦੇ ਨੇ, ਨਦੀਆਂ ਹੋਵੈ ਧੇਣਵਾਂ, ਸੁਮ ਹੋਵੈ ਦੁੱਧ ਘੀਓ। ਸਤਿਗੁਰੂ ਕਹਿੰਦੇ ਆ ਜਿਹੜੀਆਂ ਨਦੀਆਂ ਨੇ ਇਹ ਗਊਆਂ ਬਣ ਜਾਣ, ਭਾਵ ਘਰ ਦੇ ਵਿੱਚ ਦੁੱਧ ਦੀਆਂ ਨਦੀਆਂ ਚੱਲਦੀਆਂ ਹੋਣ ਤੇ ਘਰ ਵਿੱਚ ਦੁੱਧ ਘਿਓ ਦੀ ਕੋਈ ਘਾਟ ਨਾ ਹੋਵੇ। ਸਗਲੀ ਧਰਤੀ ਸ਼ੱਕਰ ਹੋਵੈ, ਖੁਸ਼ੀ ਕਰੇ ਨਿਤ ਜੀਓ। ਸ਼ੱਕਰ ਉਹਨਾਂ ਜ਼ਮਾਨਿਆਂ ਦੇ ਵਿੱਚ ਸਵੀਟ ਡਿਸ਼ ਜਿਹੜੀ ਹੁੰਦੀ ਸੀ ਉਹ ਸ਼ੱਕਰ ਹੀ ਹੁੰਦੀ ਸੀ। ਕੋਈ ਪ੍ਰਾਹੁਣੇ ਨੇ ਆਉਣਾ ਤਾਂ ਉਹਨੂੰ ਸ਼ੱਕਰ 'ਚ ਘੀ ਪਾ ਕੇ ਦੇਣਾ, ਹੋਰਾਂ ਡਿਸ਼ਾਂ ਹੁੰਦੀਆਂ ਹੀ ਨਹੀਂ ਸੀ। ਤੇ ਫਿਰ ਬੜਾ ਹੀ ਮੰਨਿਆ ਜਾਂਦਾ ਹੁੰਦਾ ਸੀ, ਕਿਉਂਕਿ ਆਮ ਬੰਦੇ ਦੇ ਘਰ ਵਿੱਚ ਹੁੰਦੀ ਨਹੀਂ ਸੀ।
ਤੇ ਉਹ ਜਿਨ੍ਹਾਂ ਦੇ ਘਰ ਵਿੱਚ ਸ਼ੱਕਰ ਹੁੰਦੀ ਸੀ, ਬੜੇ ਵੀ ਉਹਦੇ ਘਰ ਵਿੱਚ ਸ਼ੱਕਰ, ਘਿਓ, ਦੁੱਧ ਹਰ ਵੇਲੇ ਰਹਿੰਦਾ ਹੈ। ਬੜੇ ਉਸ ਤੋਂ ਪ੍ਰਭਾਵਿਤ ਹੁੰਦੇ ਸੀ। ਸਤਿਗੁਰੂ ਕਹਿੰਦੇ ਸਾਰੀ ਧਰਤੀ ਸ਼ੱਕਰ ਦੀ ਹੋ ਜਾਵੇ ਤੇ ਖੁਸ਼ੀਆਂ ਮਨਾਉਂਦਾ ਹੋਵੇ। ਇੱਥੇ ਬਸ ਨਹੀਂ, ਪਰਬਤ ਸੋਇਨਾ ਰੂਪਾ ਹੋਵੈ, ਹੀਰੇ ਲਾਲ ਜੜਾਓ। ਪਹਾੜਾਂ ਜਿੱਡੇ ਜਿੱਡੇ ਢੇਰ ਸੋਨੇ ਚਾਂਦੀ ਦੇ ਹੋਣ, ਹੀਰੇ ਜਵਾਹਰਾਤ ਲਾਲ ਹੋਣ ਜੜੇ ਹੋਏ। ਵੀ ਤੂੰ ਹੈ ਸਾਲਾਹਣਾ, ਆਖਣ ਲਹੈ ਨਾ ਚਾਓ। ਵਾਹਿਗੁਰੂ ਜੀ, ਅਸਲੀ ਬਾਤ ਤਾਂ ਇਹ ਹੈ ਕਿ ਤੁਹਾਡੀ ਸਿਫਤ ਸਲਾਗਾ ਜ਼ਿੰਦਗੀ ਚੋਂ ਨਾ ਨਿਕਲੇ। ਵਾਹਿਗੁਰੂ ਜੀ ਦਾ ਪਿਆਰ ਤੇ ਵਾਹਿਗੁਰੂ ਜੀ ਦੀ ਭੈ ਭਾਵਨੀ ਬਣੀ ਰਵੇ। ਤੇ ਇਹ ਜਿਹੜਾ ਚਾਓ ਹੈ ਨਾ, ਰੱਬ ਦੇ ਮਾਰਗ ਤੇ ਤੁਰਨ ਦਾ, ਗੁਰੂ ਦੇ ਮਾਰਗ ਤੇ ਤੁਰਨ ਦਾ, ਜਿਹਨੂੰ ਅਸੀਂ ਜਜ਼ਬਾ ਕਹਿੰਦੇ ਹਾਂ, ਜਿਹਨੂੰ ਲਗਨ ਕਿਹਾ ਜਾਂਦਾ, ਜਿਹਨੂੰ ਜਨੂਨ ਕਿਹਾ ਜਾਂਦਾ, ਉਸੇ ਨੂੰ ਇੱਥੇ ਚਾਓ ਕਿਹਾ ਹੈ। ਇਹ ਅੰਦਰੋਂ ਨਾ ਖਤਮ ਹੋਵੇ। ਅਸਲੀ ਮਕਸਦ ਇਹ ਹੈ। ਹੁਣ ਇਸ ਚੋਂ ਰਮਜ ਸਮਝਿਓ। ਇੱਕ ਪਾਸੇ ਅਮੀਰੀ ਪ੍ਰਾਪਤ ਕਰਨ ਦੀ ਇੱਛਾ ਹੈ, ਇੱਕ ਪਾਸੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਇੱਛਾ ਹੈ। ਕਿਸ ਨੂੰ ਇੰਪੋਰਟੈਂਟ ਮੰਨਣਾ ਹੈ? ਪ੍ਰਾਇਓਰਟਾਈਜ਼ ਕਰਦਿਆਂ ਕਿਸ ਨੂੰ ਪ੍ਰਾਇਓਰਟੀ ਦੇਣੀ ਹੈ? ਕਦੀ ਕਦਾਈ ਦੋਨੋਂ ਸਾਹਮਣੇ ਹੁੰਦੀਆਂ ਨੇ, ਦੋਨਾਂ ਚੋਂ ਇੱਕ ਮਿਲਣੀ ਹੁੰਦੀ ਹੈ। ਇਸ ਪਾਸੇ ਤੁਰੇਗਾ ਇਹ ਰਹਿ ਜਾਊਗੀ, ਇਸ ਪਾਸੇ ਤੁਰੇਗਾ ਇਹ ਰਹਿ ਜਾਊਗੀ। ਉਸ ਵੇਲੇ ਪ੍ਰਾਇਓਰਟਾਈਜ਼ ਕਰਨਾ ਪਵੇਗਾ, ਤਰਜੀਹ ਦੇਣੀ ਪਵੇਗੀ, ਕਿਸ ਨੂੰ ਚੁਣਾ। ਤੇ ਆਮ ਬੰਦਾ ਦੁਨਿਆਵੀ ਪ੍ਰਾਪਤੀਆਂ ਨੂੰ ਤਰਜੀਹ ਦਿੰਦਾ। ਆਖੋ ਵਾਹਿਗੁਰੂ। ਸਿੱਖਣ ਆਇਆ ਸੀ, ਐਵੇਂ ਪੜ੍ਹਨਾ ਸੁਣਨਾ ਤੇ ਐਵੇਂ ਰਹਿ ਜਾਏਗਾ। ਸਤਿਗੁਰੂ ਕਹਿੰਦੇ ਮਨ ਵਿੱਚ ਇਹ ਹੋਵੇ ਕਿ ਵਾਹਿਗੁਰੂ ਜੀ ਤੁਹਾਨੂੰ ਸਮਰਪਿਤ ਹੋਣਾ, ਤੁਹਾਡੇ ਰੱਬੀ ਮਾਰਗ ਤੇ ਤੁਰਨਾ, ਗੁਰੂ ਦੇ ਪਰਉਪਕਾਰ ਵਾਲੇ ਮਿਸ਼ਨ ਤੇ ਤੁਰਨਾ, ਗੁਰੂ ਦੇ ਉਪਦੇਸ਼ਾਂ ਅਨੁਸਾਰ ਸੋਚ ਸੁਭਾਅ ਨੂੰ ਸੰਵਾਰਨਾ, ਇਸ ਨੂੰ ਫਸਟ ਪ੍ਰਾਇੋਰਟੀ ਹੈ। ਦੂਸਰਾ ਰਹਿ ਗਿਆ ਤੇ ਕੋਈ ਗੱਲ ਨਹੀਂ, ਜੇ ਇਹ ਰਹਿ ਗਿਆ ਤੇ ਪੱਲੇ ਕੁਛ ਨਹੀਂ। ਆਖੋ ਆਹ ਮਕਸਦ ਹੈ ਇਸ ਵਿੱਚ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਹੁਣ ਅਗਲਾ ਜਿਹੜਾ ਸ਼ਲੋਕ ਹੈ। ਭਾਰ 18 ਮੇਵਾ ਹੋਵੈ, ਗਰੜਾ ਹੋਏ ਸੁਆਓ। ਇਹ ਵੀ ਘਰ ਦੇ ਵਿੱਚ ਜਿਹੜੀ ਅਮੀਰੀ ਸੀ ਨਾ ਉਸ ਜ਼ਮਾਨੇ ਦੀ, ਉਹਨੂੰ ਕਈ ਵਾਰੀ ਕਹਾਵਤਾਂ ਵਰਤੀਆਂ ਹੁੰਦੀਆਂ। ਇੱਥੇ ਸ਼ਬਦ ਵਰਤਿਆ ਭਾਰ 18। ਪੁਰਾਤਨ ਸਮਿਆਂ ਦੇ ਵਿੱਚ ਇਹ ਮੰਨਦੇ ਸੀ ਵੀ ਜਿੰਨੇ ਵੀ ਫਲ ਦੇਣ ਵਾਲੇ ਬ੍ਰਿਕਸ਼ ਨੇ, ਜਿੰਨੇ ਤਰ੍ਹਾਂ ਦੇ, ਉਹਦਾ ਇੱਕ ਇੱਕ ਪੱਤਾ ਤੋੜ ਲਿਆ ਜਾਵੇ ਬ੍ਰਿਕਸ਼ ਦਾ, ਤੇ ਉਹ ਪੱਤਿਆਂ ਨੂੰ ਜਦੋਂ ਤੋਲ ਕੇ ਦੇਖੀਏ ਤੇ 5 ਮਣ ਭਾਰ ਬਣ ਜਾਵੇ, ਉਹਨੂੰ ਭਾਰ 18 ਕਹਿੰਦੇ ਸੀ। 18 ਭਾਰ। ਇਹਦਾ ਮਤਲਬ ਰਮਜ਼ ਕੀ ਹੈ, ਇਸ਼ਾਰਾ ਕੀ ਹੈ? ਦੁਨੀਆ ਦੇ ਜਿਤਨੇ ਵੀ ਸਵਾਦਲੇ ਫਲਾਂ ਵਾਲੇ ਬ੍ਰਿਕਸ਼ ਨੇ, ਉਹ ਤੇਰੇ ਖੇਤਾਂ ਬਗੀਚੀ ਵਿੱਚ ਲੱਗੇ ਹੋਣ, ਤੇਰੇ ਘਰ ਵਿੱਚ ਕਿਸੇ ਵੀ ਫਲਦਾਰ, ਇਸ ਨੂੰ ਮਹਿਸੂਸ ਕਰਨਾ ਪਵੇਗਾ ਉਸ ਸਮੇਂ ਦੇ ਹਾਲਾਤਾਂ 'ਚ। ਪੰਜਾਬ ਦੇ ਪਿੰਡਾਂ ਵਾਲੇ ਸੀ ਵਿਚਾਰੇ, ਕਿੱਥੇ ਉਹਨਾਂ ਨੂੰ ਕੇਲੇ ਸੰਤਰੇ ਖਾਣ ਨੂੰ ਮਿਲਦੇ ਸੀ, ਅੰਬ ਖਾਣ ਨੂੰ ਮਿਲਦੇ। ਕਦੀ ਕਦੀ ਮਾਮਾ ਆਇਆ, ਉਹ ਅੰਬ ਲੈ ਕੇ ਆਉਂਦਾ। ਆਖੋ ਵਾਹਿਗੁਰੂ। ਕਦੀ ਕਦਾਈ ਖਾਂਦੇ ਸੀ ਲੋਕ ਪਿੰਡਾਂ ਦੇ ਵਿੱਚ। ਹੁਣ ਇੱਕ ਪਾਸੇ ਕਦੀ ਕਦਾਈ ਕੋਈ ਮਹਿਮਾਨ ਆਇਆ ਹੈ ਤੇ ਫਲ ਮਿਲਿਆ, ਬੱਚਿਆਂ ਨੂੰ ਉਹਦੇ ਖਾਣ ਵੀ ਮਾਮਾ ਆਇਆ ਕੇਲੇ ਮਿਲਣਗੇ, ਭੂਆ ਆਈ ਹੈ ਕੁਝ ਲੈ ਕੇ ਆਈ ਹੋਏਗੀ, ਇਸ ਲਈ ਲੋਕ ਲੈ ਕੇ ਜਾਂਦੇ ਸੀ ਕਿਉਂਕਿ ਕਦੀ ਕਦੀ ਮਿਲਦੇ ਸੀ। ਹੁਣ ਉਹਦੀ ਸ਼ਿਖਰ ਦਿਖਾ ਰਹੇ ਨੇ ਕਿ ਜਿੰਨੇ ਵੀ ਦੁਨੀਆ ਤੇ ਫਲ ਵਾਲੇ ਬ੍ਰਿਕਸ਼ ਨੇ, ਉਹ ਸਾਰੇ ਹੋਣ, ਜਾਣੀ ਫਲ ਹੋਣ ਘਰੇ। ਭਾਰ 18 ਦੇ ਰਮਜ਼ ਇਹ ਹੈ। ਮੇਵਾ ਹੋਵੇ, ਜਾਣੀ ਹਰ ਤਰ੍ਹਾਂ ਦਾ ਮਿੱਠਾ ਫਲ, ਸਵਾਦਲਾ ਫਲ ਹੋਵੇ ਘਰੇ। ਗਰੜਾ ਹੋਏ ਸੁਆਓ, ਤੇ ਉਹਦੇ ਹਰ ਤਰ੍ਹਾਂ ਦੇ ਸਵਾਦ, ਜਿਹੜਾ ਸੁੱਕਾ ਮੇਵਾ, ਉਸ ਤੋਂ ਬਾਅਦ ਬਦਾਮ, ਅਖਰੋਟ ਆਦਿਕ, ਇਹ ਸਾਰੇ ਉਹਦੇ ਕੋਲ ਘਰ ਵਿੱਚ ਸੁਆਓ ਹੋਣ। ਚੰਦ ਸੂਰਜ ਦੋਏ ਫਿਰਦੇ ਰੱਖੀਐ, ਨਿਚਲ ਹੋਵੈ ਥਾਉ। ਇਹ ਵੀ ਇੱਕ ਕਹਾਵਤ ਹੈ ਕਿ ਚੰਦ ਸੂਰਜ ਜਿਹੜੇ ਸੇਵਾ ਕਰਦੇ ਹੋਣ। ਉਹ ਕਿਵੇਂ ਹੁੰਦਾ ਹੈ ਵੀ ਕੁਝ ਬੰਦੇ ਰੱਖ ਲਏ ਕਿ ਤੁਸੀਂ ਕੰਮ ਕਰਨਾ ਹੈ, ਦਿਨੇ ਕਰ ਲੈਣਾ ਹੈ ਸੂਰਜ ਦੀ ਰੋਸ਼ਨੀ 'ਚ, ਤੇ ਕੁਝ ਬੰਦੇ ਰੱਖ ਲਏ ਤੁਸੀਂ ਰਾਤ ਨੂੰ ਕੰਮ ਕਰਨਾ। ਕਹਿੰਦੇ ਰਾਤ ਨੂੰ ਕਿਵੇਂ ਕਰਾਂ? ਕਹਿੰਦੇ ਚੰਦਰਮਾ ਦੀ ਰੋਸ਼ਨੀ 'ਚ ਕਰ ਲਿਓ। ਉਹਨੂੰ ਫਿਰ ਕਹਾਵਤ ਵਰਤੀ ਜਾਂਦੀ ਸੀ ਵੀ ਇਹ ਤਾਂ ਇਹਦੇ ਤੇ ਭਰਾਵਾ, ਇਹਦਾ ਤਾਂ ਕੰਮ ਹੀ ਇੰਨਾ ਚੱਲਦਾ ਹੈ, ਚੰਦ ਤੇ ਸੂਰਜ ਦੀ ਸੇਵਾ ਕਰਦੇ ਨੇ। ਕਹਿੰਦੇ ਇਸ ਤਰ੍ਹਾਂ ਦਾ ਉਹਦਾ ਹੋਵੇ ਤੇ ਨਿਹਚਲ ਹੋਵੇ ਥਾਂ, ਉਹਨੂੰ ਹੋਵੇ ਕਿ ਮੇਰੀ ਤਾਂ ਅਮੀਰੀ ਜਾ ਹੀ ਨਹੀਂ ਸਕਦੀ। ਵੀ ਤੂੰ ਹੈ ਸਾਲਾਹਣਾ, ਆਖਣ ਲਹੈ ਨਾ ਚਾਓ। ਸਤਿਗੁਰੂ ਕਹਿੰਦੇ ਇਹਦੇ ਤੋਂ ਵੀ ਇੰਪੋਰਟੈਂਟ ਕੀ ਹੈ ਵਾਹਿਗੁਰੂ ਜੀ?
ਤੁਹਾਡੀ ਸਿਫਤ ਸਲਾਗਾ ਕਰਦਾ ਰਵਾਂ। ਤੁਹਾਡੇ ਮਾਰਗ ਤੇ ਗੁਰੂ ਦੇ ਮਿਸ਼ਨ ਦੇ ਮਾਰਗ ਤੇ ਗੁਰੂ ਦੇ ਉਪਦੇਸ਼ ਮੰਨਣ ਦੇ ਮਾਰਗ ਦਾ ਚਾਓ ਅੰਦਰੋਂ ਖਤਮ ਨਾ ਹੋਵੇ। ਫਸਟ ਪ੍ਰਾਇਓਰਟੀ ਇਸ ਨੂੰ ਹੈ। ਯਾਨੀ ਕਿਸ ਲਈ ਆਪਾਂ ਵਾਰਨਾ? ਗੁਰੂ ਦੇ ਉਪਦੇਸ਼ ਮੰਨ ਕੇ ਗੁਰਮੁਖ ਸੁਭਾਅ ਪ੍ਰਾਪਤ ਕਰਨ ਲਈ ਤੇ ਪਰਉਪਕਾਰੀ ਮਿਸ਼ਨ ਦੇ ਲਈ। ਇਸ ਤੇ ਤੁਰਨ ਵਾਸਤੇ ਨਾਲ ਘਰ ਵੀ ਚਲਾਉਣਾ ਹੈ, ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ, ਬਿਜ਼ਨਸ ਨੌਕਰੀ ਵੀ ਕਰਨੀ ਹੈ, ਆਪਣਾ ਕਾਰ ਵਿਹਾਰ ਵੀ ਕਰਨਾ ਹੈ, ਪਰ ਫਸਟ ਪ੍ਰਾਇਓਰਟੀ ਇਸ ਨੂੰ ਦੇਣੀ ਹੈ। ਅਮੀਰੀ ਆਵੇ ਨਾ ਆਵੇ ਕੋਈ ਬਾਤ ਨਹੀਂ। ਦੂਸਰਾ ਹੈ ਦੁੱਖਾਂ ਦਾ ਪੱਖ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦਾ ਸ਼ਲੋਕ ਹੈ। ਇਸ ਨਾਲ 3 ਸ਼ਲੋਕ ਨੇ, ਤੀਸਰਾ ਹੈ। ਵਾਹਿਗੁਰੂ 4 ਸ਼ਲੋਕ ਨੇ, ਇਹ ਤੀਸਰਾ ਹੈ। ਜੇ ਦੇਹੈਂ ਦੁੱਖ ਲਾਈਐ ਪਾਪ ਗਰਹ ਦੋਹਿ ਰਾਹ। ਜੇ ਦੇਹੀ ਨੂੰ ਦੁੱਖ ਲੱਗ ਜਾਵੇ, ਦੁੱਖ ਕਿਹੜੇ ਕਿਹੜੇ? ਇੱਥੇ 2 ਸ਼ਬਦ ਵਰਤੇ, ਪਾਪ ਗਰਹ ਦੋਹਿ ਰਾਹ। ਇਹ ਹਿੰਦੂ ਵੀਰ ਸ਼ਬਦ ਵਰਤਦੇ ਸੀ, ਉਹਨੂੰ ਇੱਥੇ ਸਤਿਗੁਰਾਂ ਉਹ ਜਿਹੜੀ ਕਹਾਵਤ ਸੀ ਉਸ ਕਹਾਵਤ ਨੂੰ ਲਿਆ। ਪਾਪ ਗ੍ਰਹਿ ਉਹ ਕਹਿੰਦੇ ਸੀ ਇਹਦੇ ਤੇ ਜੀ ਜਿੰਨੇ ਜਿਹੜੇ ਨੇ ਨਾ ਨਛੱਤਰ ਨੇ, ਉਹ ਮਨਹੂਸ ਤਾਰੇ, ਮਨਹੂਸ ਨਛੱਤਰ, ਉਹਦਾ ਪ੍ਰਭਾਵ ਪੈ ਗਿਆ ਜੀ, ਦੁੱਖ ਆ ਗਏ। ਉਹ ਵਰਤਦੇ ਸੀ ਇਸ ਸ਼ਬਦ ਨੂੰ, ਉਹਨੂੰ ਪਾਪ ਗ੍ਰਹਿ ਕਹਿੰਦੇ ਸੀ। ਮਨਹੂਸ ਤਾਰਿਆਂ ਦਾ ਪਰਛਾਵਾਂ। ਦੋਏ ਰਾਹ ਕਹਿੰਦੇ ਸੀ, ਰਾਹੂ ਕੇਤੂ ਚੱਲ ਰਿਹਾ ਇਹਦੇ ਤੇ ਔਖਾ ਹੈ। ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰੂ ਜੀ ਰਾਹੂ ਕੇਤੂ ਨੂੰ ਵਿਸ਼ਵਾਸ ਕਰਦੇ ਨੇ ਜਾਂ ਜਿਹੜੇ ਮਨਹੂਸ ਤਾਰਿਆਂ ਨੂੰ ਵਿਸ਼ਵਾਸ ਕਰਦੇ, ਇਹ ਨਹੀਂ। ਉਹਨਾਂ ਦੀ ਕਹਾਵਤ ਵਰਤ ਕੇ ਰਮਜ਼ ਦੇ ਰਹੇ ਨੇ ਵੀ ਭਾਵੇਂ ਤੁਸੀਂ ਜਿੰਨਾ ਤੁਸੀਂ ਦੁੱਖ ਕਹਿ ਰਹੇ ਹੋ ਵੀ ਰਾਹੂ ਕੇਤੂ ਆਉਂਦਾ, ਇਸ ਤਰ੍ਹਾਂ ਦੇ ਦੁੱਖ ਹੁੰਦੇ ਨੇ, ਉਹ ਸਾਰੇ ਦੇ ਸਾਰੇ ਦੁੱਖ ਤੇ ਪਾਪ ਗਰਾ ਜਿੰਨਾ ਤੁਸੀਂ ਕਹਿੰਦੇ ਹੋ ਮਨਹੂਸ ਤਾਰੇ ਚੱਲ ਰਹੇ ਨੇ ਜੀ, ਇਹਦੇ ਤੇ ਮਨਹੂਸ ਨਛੱਤਰ ਚੱਲ ਰਹੇ ਨੇ, ਇਸ ਲਈ ਆਹ ਦੁੱਖ ਆਇਆ, ਆਹ ਦੁੱਖ ਆਇਆ। ਤੇ ਜਿੰਨੇ ਉਹ ਸਾਰੇ ਦੁੱਖ ਨੇ, ਜੇ ਦੇਹਾਂ ਦੁੱਖ ਲਾਈ ਹੈ, ਉਹ ਸਾਰੇ ਦੇ ਸਾਰੇ ਦੁੱਖ ਵੀ ਲੱਗ ਜਾਣ। ਇੱਥੇ ਬਸ ਨਹੀਂ, ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ ਏਵੈ ਜਾਪੈ ਭਾਉ। ਰਤ ਪੀਣੇ ਰਾਜੇ, ਰਾਜਾ ਹੁੰਦਾ ਪਦਵੀ ਵਾਲਾ। ਰਤ ਪੀਣਾ ਲੋਭੀ, ਦੂਸਰਿਆਂ ਦਾ ਹੱਕ ਮਾਰਨ ਵਾਲਾ, ਦੂਸਰੇ ਦਾ ਧੱਕੇ ਕਰਨ ਵਾਲਾ। ਦੂਸਰਿਆਂ ਨਾਲ ਧੱਕੇ ਕਰਨ ਵਾਲੇ ਜਿਹੜੇ ਪਦਵੀਆਂ ਵਾਲੇ ਨੇ, ਜਿਹਦੀ ਪਦਵੀ ਛੋਟੀ ਹੈ ਉਹ ਧੱਕਾ ਛੋਟਾ ਕਰ ਜਾਂਦਾ, ਜਿਹਦੀ ਪਦਵੀ ਵੱਡੀ ਹੈ ਉਹ ਵੱਡਾ ਧੱਕਾ ਕਰ ਜਾਂਦਾ। ਕਦੀ ਕਦੀ ਛੋਟੀਆਂ ਪਦਵੀਆਂ ਵਾਲੇ ਵੀ ਵੱਡੇ ਵੱਡੇ ਧੱਕੇ ਕਰ ਜਾਂਦੇ ਨੇ, ਬਈ ਉਹ ਵੀ ਧੱਕੇਸ਼ਾਹੀ ਕਰ ਜਾਣ। ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ ਐਵੇਂ ਜਾਪੈ ਭਾਉ। ਇਸ ਤਰ੍ਹਾਂ ਦਾ ਫਿਰ ਵੀ ਅੰਦਰ ਰੱਬ ਦੇ ਨਾਲ ਪਿਆਰ ਬਣਿਆ ਰਵੇ। ਆਖੋ ਵਾਹਿਗੁਰੂ। ਮਾਰਾਂ ਵੀ ਖਾਣੀਆਂ, ਦੁੱਖਾਂ ਵਿੱਚੋਂ ਦੀ ਨਿਕਲਣਾ, ਇਹਨੂੰ ਕਹਿੰਦੇ ਨੇ ਕੁਰਬਾਨੀ। ਆਖੋ ਵਾਹਿਗੁਰੂ। ਦੁਨੀਆ ਪਤਾ ਕੀ ਸੋਚਦੀ ਹੈ ਕਿ ਇਹਦੇ 'ਚ ਕੋਈ ਘਾਟ ਹੋਏਗੀ ਜੀ, ਇਹਨੂੰ ਧਰਮ ਨਹੀਂ ਨਿਭਾਉਣਾ ਆਇਆ ਜੀ ਤਾਂ ਦੁੱਖ ਆਇਆ। ਉਹ ਭਲਿਓ ਮਾਨਸੋ, ਜਿਹਦੇ ਅੰਦਰ ਮਿਸ਼ਨ ਰੱਬ ਦੇ ਪਰਉਪਕਾਰ ਦਾ ਹੁੰਦਾ ਹੈ, ਉਹ ਤੇ ਹੱਸ ਹੱਸ ਕੇ ਦੁੱਖਾਂ ਨੂੰ ਸਹਾਰਦਾ ਹੈ। ਕੀ ਤੁਸੀਂ ਕਦੀ ਗੁਰੂ ਪਾਤਸ਼ਾਹ ਦਾ ਇਤਿਹਾਸ ਨਹੀਂ ਪੜ੍ਹਿਆ? ਸੱਚ ਇਹੀ ਹੈ, ਇਤਿਹਾਸ ਨੂੰ ਬਹੁਤਾ ਵਿਚਾਰਿਆ ਨਹੀਂ, ਇਤਿਹਾਸ ਤੋਂ ਸਿੱਖਿਆ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਨਾ ਅਮੀਰੀ ਦਾ ਫਿਕਰ, ਨਾ ਅਮੀਰੀ ਦਾ ਲੋਭ ਲਾਲਚ, ਤੇ ਨਾ ਦੁਨੀਆ ਦੇ ਦੁੱਖਾਂ ਵਿਘਨ ਰੁਕਾਵਟਾਂ ਦਾ ਫਿਕਰ। ਕਿਉਂਕਿ ਅਸਲੀ ਵਿਜ਼ਨ ਕੀ ਹੈ? ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨਾ ਚਾਓ। ਵਾਹਿਗੁਰੂ ਜੀ ਦੀ ਸਿਫਤ ਸਲਾਹ। ਰੱਬੀ ਗੁਰੂ ਦੇ ਮਾਰਗ ਤੇ ਤੁਰਨ ਦਾ, ਪਰਉਪਕਾਰ ਦੇ ਮਿਸ਼ਨ ਤੇ ਤੁਰਨ ਦਾ ਚਾਓ, ਜਜ਼ਬਾ, ਇਹ ਨਾ ਜਾਵੇ ਜ਼ਿੰਦਗੀ ਚੋਂ, ਸਭ ਕੁਝ ਪ੍ਰਾਪਤ ਹੋ ਗਿਆ। ਆਖੋ ਵਾਹਿਗੁਰੂ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦਾ ਇਹ ਅਗਲਾ ਸ਼ਲੋਕ ਹੈ। ਅੱਗੀ ਪਾਲਾ ਕੱਪੜ ਹੋਵੈ ਖਾਣਾ ਹੋਵੈ ਵਾਓ। ਹੁਣ ਅੱਗੀ ਪਾਲਾ ਕੱਪੜ ਹੋਵੈ, ਜਦੋਂ ਠੰਡ ਹੁੰਦੀ ਹੈ ਉਸ ਵੇਲੇ ਅੱਗ ਮਚਾਈ ਜਾਂਦੀ, ਕੱਪੜਾ ਹੈਗਾ ਉਹ ਤੋਂ ਬਚਣ ਵਾਸਤੇ, ਖਾਣਾ ਹੈਗਾ ਉਹਦੇ ਕੋਲੇ, ਹਰ ਤਰ੍ਹਾਂ ਦੀ ਸੁੱਖ ਸਹੂਲਤ ਹੈਗੀ ਹੈ। ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭੋ ਜਾਓ। ਉਹ ਕਹਿੰਦੇ ਸੀ ਸੁਰਗਾਂ ਦੀਆਂ ਇਸਤਰੀਆਂ, ਭਾਵ ਤੇਰੀ ਜ਼ਿੰਦਗੀ ਦਾ ਹਰ ਉਹਦੀ ਐਸ਼ੋ ਇਸ਼ਰਤ ਪੂਰੀ ਹੁੰਦੀ ਹੋਵੇ। ਦੁਨੀਆ ਕਹਿੰਦੀ ਜੀ ਰੱਬ ਇਹਦੇ ਤੇ ਬੜਾ ਖੁਸ਼ ਹੈ। ਸਤਿਗੁਰੂ ਕਹਿੰਦੇ ਕੋਈ ਇਹ ਰੱਬ ਦੀ ਬਖਸ਼ਿਸ਼ ਨਾਲ ਇਸ ਨੂੰ ਤੋਲ ਕੇ ਨਾ ਦੇਖੋ। ਉਹ ਆਪਣੇ ਅੰਦਰੋਂ ਕਿਤਨਾ ਦੁਖੀ ਹੈ ਸਾਨੂੰ ਨਹੀਂ ਪਤਾ ਹੁੰਦਾ। ਇਹ ਲੋਕਾਂ ਨੂੰ ਪ੍ਰਭਾਵ ਪਾਉਂਦੀਆਂ ਨੇ ਇਹ ਚੀਜ਼ਾਂ। ਸਤਿਗੁਰੂ ਕਹਿੰਦੇ ਗੁਰਮੁਖ ਦੇ ਮਨ ਵਿੱਚ ਇੱਕੋ ਇੱਕ ਚੀਜ਼ ਹੈ, ਵੀ ਤੂੰ ਹੈ ਸਾਲਾਹਣਾ ਆਖਣ ਲਹੈ ਨਾ ਚਾਓ। ਵਾਹਿਗੁਰੂ ਜੀ ਤੁਹਾਡੀ ਸਿਫਤ ਸਲਾਗਾ, ਤੁਹਾਡੀਆਂ ਵਿਚਾਰਾਂ ਕਰਨ ਦਾ ਚਾਓ, ਤੁਹਾਡੇ ਮਾਰਗ ਤੇ ਤੁਰਨ ਦਾ ਚਾਓ, ਇਹ ਜ਼ਿੰਦਗੀ 'ਚ ਨਾ ਜਾਵੇ। ਆਖੋ ਵਾਹਿਗੁਰੂ। ਪਵੜੀ ਮਾਝ ਰਾਗ ਦੀ 9ਵੀਂ ਪੌੜੀ ਹੈ।
ਬਦ ਫੈਲੀ ਗੈਬਾਨਾ ਖਸਮ ਨਾ ਜਾਣੀ। ਜਿਹੜਾ ਮਨੁੱਖ ਰੱਬ ਦੇ ਭੈ ਤੋਂ ਟੁੱਟ ਜਾਂਦਾ ਹੈ, ਰੱਬ ਨਾਲ ਗੂੜੀ ਪ੍ਰੀਤ ਪਾਉਣ ਤੋਂ ਟੁੱਟ ਜਾਂਦਾ ਹੈ, ਰੱਬੀ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਨਹੀਂ ਕਰਦਾ, ਉਹ ਬਦ ਫੈਲੀਆਂ ਵਾਲੇ ਪਾਸੇ, ਉਹ ਬੇਕਾਰੀ ਦ੍ਰਿਸ਼ਟੀ ਵਾਲੇ ਪਾਸੇ, ਉਹ ਕੁਸੰਗ ਵਾਲੇ ਪਾਸੇ ਫਸ ਜਾਂਦਾ ਹੈ। ਸੋ ਕਹੀਐ ਦੇਵਾਨਾ ਆਪ ਨਾ ਪਛਾਣੀ। ਇੱਥੇ ਦੇਵਾਨਾ ਦੇ ਅਰਥ ਹੈ ਪਾਗਲ। ਉਹ ਅਸਲੀ ਪਾਗਲ ਹੈ, ਮੂਰਖ ਹੈ, ਕਿਉਂਕਿ ਉਹ ਆਪਣੇ ਆਪ ਦੀ ਪੜਚੋਲ ਨਹੀਂ ਕਰ ਰਿਹਾ। ਉਹਨੂੰ ਆਪਣੀ ਪਹਿਚਾਣ ਨਹੀਂ ਹੈ। ਕਲਹ ਬੁਰੀ ਸੰਸਾਰ ਵਾਦੇ ਖਪੀ ਹੈ। ਉਹ ਹਮੇਸ਼ਾ ਵੈਰ ਵਿਰੋਧ ਦੇ ਵਿੱਚ, ਧੜੇ ਬੰਦੀਆਂ ਦੇ ਵਿੱਚ, ਲੜਾਈ ਝਗੜਿਆਂ ਵਿੱਚ ਫਸਦਾ ਹੈ। ਆਖੋ ਵਾਹਿਗੁਰੂ। ਉਹਦੀ ਜ਼ਿੰਦਗੀ ਵਿਅਰਥ ਜਾ ਰਹੀ ਹੁੰਦੀ ਹੈ ਤੇ ਖੱਜਲ ਖੁਆਰ ਹੋ ਰਹੀ ਹੁੰਦੀ ਹੈ। ਵਾਦੇ ਖਪੀ ਹੈ। ਵਿਣ ਨਾਵੈ ਬੇਕਾਰ ਭਰਮੇ ਪਚੀ ਹੈ। ਕਿਉਂਕਿ ਉਹਨੂੰ ਗਿਆਨ ਰੂਪੀ ਨਾਮ ਤੋਂ ਜੀਵਨ ਸਿੱਖਣਾ ਨਾ ਆਇਆ, ਧਿਆਨ ਰੂਪੀ ਨਾਮ ਦੇ ਰਸ ਵਿੱਚ ਜੀਵਨ ਜਿਉਣਾ ਨਾ ਆਇਆ। ਉਹ ਭਰਮ ਵਿੱਚ ਪਚ ਰਿਹਾ, ਖੱਜਲ ਖੁਆਰ ਹੋ ਰਿਹਾ। ਰਾਹ ਦੋਵੇਂ ਇੱਕ ਜਾਣੈ ਸੋਈ ਸਿਜ ਸੀ। ਇਹ ਦੋ ਰਾਹ ਨੇ ਪਿਆਰਿਓ। ਇੱਕ ਰਾਹ ਹੈ ਰੱਬ ਨੂੰ ਭੁਲਾ ਕੇ, ਇੱਕ ਰਾਹ ਹੈ ਰੱਬ ਦੀ ਯਾਦ ਵਿੱਚ। ਇੱਕ ਰੱਬੀ ਭੈ ਵਿੱਚ ਜਿਉਣਾ, ਰੱਬੀ ਭੈ ਨੂੰ ਚੱਕ ਕੇ ਦੁਨੀਆ ਦੇ ਛੋਟੇ ਛੋਟੇ ਫਿਕਰਾਂ ਚਿੰਤਾਵਾਂ ਦੇ ਭੈ ਵਿੱਚ ਜਿਉਣਾ। ਦੋ ਹੀ ਰਾਹ ਨੇ। ਜਿਹੜਾ ਰੱਬ ਦੇ ਪਾਸੇ ਰਾਹ ਹੈ, ਇਹ ਉਹੀ ਤੁਰਦੇ ਨੇ ਜਿਹੜੇ ਇਸ ਨੂੰ ਸਮਝ ਜਾਂਦੇ ਨੇ, ਜਿਨ੍ਹਾਂ ਨੂੰ ਇਹ ਚੰਗਾ ਲੱਗਦਾ ਹੈ। ਕੁਫਰ ਗੋ ਕੁਫਰਾਣਾ ਪਾਇਆ ਦਜਸੀ। ਝੂਠੇ ਬੰਦੇ ਝੂਠ ਦੇ ਵਿੱਚ ਝੂਠ ਨੂੰ ਮਾਣਦੇ ਨੇ, ਝੂਠ ਨੂੰ ਫੈਲਾਉਂਦੇ ਨੇ। ਇਸ ਝੂਠ ਦੀ ਕੂੜ ਦੀ ਅੱਗ ਵਿੱਚ ਸੜਦੇ ਨੇ ਦਜਸੀ। ਸਭ ਦੁਨੀਆ ਸੁਬਹਾਨ ਸੱਚ ਸਮਾਈ ਹੈ। ਇਸ ਦੁਨੀਆ ਤੇ ਸਭ ਤੋਂ ਕੀਮਤੀ ਚੀਜ਼ ਹੈ ਸੱਚ ਵਿੱਚ ਸਮਾ ਜਾਣਾ, ਵਾਹਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰਨੀ, ਗੁਰੂ ਸਾਹਿਬ ਦੇ ਹੁਕਮਾਂ ਨੂੰ, ਉਪਦੇਸ਼ ਨੂੰ ਸਮਝਣਾ, ਉਪਦੇਸ਼ ਅਨੁਸਾਰ ਆਪਣੇ ਸੋਚ ਸੁਭਾਅ ਦੀ ਪੜਚੋਲ ਕਰਨੀ, ਸੋਚ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਂ ਕਿ ਗੁਰਮੁਖ ਸੁਭਾਅ ਵਾਲਾ ਤੇ ਗੁਰਮਤਿ ਦੀ ਸੋਚ ਵਾਲਾ ਜੀਵਨ ਜਿਉਣਾ। ਸਿੱਝੈ ਦਰ ਦੀਵਾਨ ਆਪ ਗਵਾਈ ਹੈ। ਇਸ ਤਰ੍ਹਾਂ ਇਹ ਵਾਹਿਗੁਰੂ ਜੀ ਆਪ ਹੀ ਰਹਿਮਤ ਕਰਦੇ ਨੇ। ਫਿਰ ਉਹ ਦਰ ਦੀ ਸੋਝੀ ਮਿਲਦੀ ਹੈ, ਉਹਦੇ ਮਾਰਗ 'ਤੇ ਤੁਰਨ ਦੀ ਸੋਝੀ ਮਿਲਦੀ ਹੈ। ਪਤਾ ਲੱਗਦਾ ਹੈ ਕਿ ਉਹਦਾ ਦੀਵਾਨ ਸਜਿਆ ਹੋਇਆ, ਸਮੁੱਚਾ ਸੰਸਾਰ ਯੂਨੀਵਰਸ ਉਹਦਾ ਦੀਵਾਨ ਹੈ। ਜਿਹੜੇ ਉਸ ਦੀਵਾਨ ਨੂੰ ਨਹੀਂ ਸਮਝਦੇ, ਉਹ ਦੁਨੀਆ ਦਾ ਦੀਵਾਨ ਭਾਵ ਦੁਨੀਆ ਦੀ ਅਮੀਰੀ, ਦੁਨੀਆ ਦਾ ਪ੍ਰਭਾਵ ਪਾਉਣਾ ਚਾਹੁੰਦੇ ਨੇ, ਉਹਦੇ ਵਿੱਚ ਉਲਝ ਜਾਂਦੇ ਨੇ। ਤੇ ਜਿਹੜੇ ਰੱਬ ਦੇ ਨਿਜ਼ਮ ਨੂੰ, ਰੱਬ ਨੂੰ ਸਮਰਪਿਤ ਹੁੰਦੇ ਨੇ, ਉਹਨਾਂ ਆਪਣਾ ਸੁਭਾਅ ਮੇਟ ਕੇ ਆਪ ਗਵਾਈ ਹੈ। ਆਪਣੇ ਸੁਭਾਅ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਦੇ ਨੇ, ਸੋਚ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਦੇ ਨੇ, ਗੁਰੂ ਬਖਸ਼ਿਸ਼ ਦੇ ਪਾਤਰ ਬਣਦੇ ਨੇ ਤੇ ਗੁਰੂ ਦੇ ਇਸ ਪਰਉਪਕਾਰੀ ਮਿਸ਼ਨ ਤੇ ਤੁਰਦੇ ਨੇ। ਸਤਿਗੁਰੂ ਕਿਰਪਾ ਕਰਨ, ਸਾਡੇ ਸਾਰਿਆਂ ਅੰਦਰ ਚਾਓ ਜਾਗੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰ।